श्री नानक अंगद गुरु अमरदास परबंद रामदास अर्जन गुरु बार श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणिक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जना जीते पंच विकार तेन संतन को बंदना सिर चरणन पर धार एक अंकारा सतगुरु ते प्रसाद सच होए वाहिगुरु जी की फतेह विघ्न विनाशन को वाहिगुरु जी की फतेह विघ्न विनाशन होए। सतनाम श्री वाहिगुरु ਸਾਹਿਬ ਜੀ ਦੋਹਰਾ ਜੇ ਜੇ ਬੇਮੁਖ ਸਿਦਕ ਬਨਾ ਸਿਮਰ ਪਚਾਇਤ ਬਾਤ ਲਿਖਿਓ ਵਿਦਾਵਾ ਦੇਰ ਬਨਾਨ ਗੁਰ ਸਿਖ ਨਹੀਂ ਕਦਾੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਪ੍ਰਤਾਖਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਮੇ ਪਾਤਸ਼ਾਹ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੇਂ ਵਿਖੇ ਸਾਹਿਬਾਂ ਦੇ ਪਵਿੱਤਰ ਦਰਬਾਰਾਂ ਦੇ ਵਿੱਚ ਦਿਨ ਦੇ ਚੌਥੇ ਪਹਿਰ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਹਿਤ ਇਕੱਤਰ ਹੋਏ ਜੁੜ ਮਿਲ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਹਮ ਚੋਟਾਂ ਖਾਵੈ। ਸਤਿਗੁਰੂ ਸਾਹਿਬ ਜੀ ਦੀ ਜਿਹੜੀ ਸੰਗਤ ਹੈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ। ਸੰਗਤ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋਈ ਹੈ। ਵੱਡੇ ਭਾਗ ਨੇ ਆਪ ਸਰਬੱਤ ਦੇ ਜੋ ਸਤਿਗੁਰੂ ਦੇ ਪਾਵਨ ਅਸਥਾਨਾਂ ਦੀ ਸ਼ੋਭ ਪ੍ਰਾਪਤ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਜਿਸ ਦੇ ਅੰਦਰ ਸਰਬੰਸ ਦਾਨੀ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਮਰ ਕਥਾ ਆਪਾਂ ਸੁਣਾ ਰਹੇ ਹਾਂ। ਕੱਲ ਪ੍ਰਸੰਗ ਸਰਵਣ ਕੀਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਰਾਮੇ ਆਣੇ ਤੋਂ ਹੁੰਦਿਆਂ ਹੋਇਆਂ ਸਾਧ ਸੰਗਤ ਜੀ ਖਦਰਾਣੇ ਦੀ ਢਾਬ ਵੱਲ ਨੂੰ ਸਤਿਗੁਰੂ ਜੀ ਜਾ ਰਹੇ ਹਨ। ਰਸਤੇ ਵਿੱਚ ਜਾਂਦੇ ਮਹਾਰਾਜ ਸਾਹਿਬ ਜੀ ਸਹਿਜ ਦੇ ਨਾਲ ਚੱਲ ਰਹੇ ਸਨ ਤੇ ਸਹਿਜ ਵਿੱਚ ਚੱਲਣ ਕਰਕੇ ਘੋੜਾ ਵੀ ਮਹਾਰਾਜ ਦਾ ਹੌਲੀ ਚੱਲਣ ਕਰਕੇ ਪਿੱਛੇ ਘੋੜੇ ਸਹਿਜੇ ਚੱਲ ਰਹੇ। ਦਾਨ ਸਿੰਘ ਦਾ ਭੁਜੰਗੀ ਉਹਨੇ ਆਵਾਜ਼ ਦਿੱਤੀ, ਮਹਾਰਾਜ ਘੋੜਾ ਛੇਤੀ ਤੋਰੋ, ਪਿੱਛੇ ਦੁਸ਼ਮਣ ਦਲ ਆ ਰਿਹਾ ਹੈ। ਸਾਹਿਬ ਆਪਣੇ ਆਨੰਦ ਚ ਰਹੇ।
ਅਸਲ 'ਚੋਂ ਮਾਝੇ ਦੇ ਪਿੱਛੇ ਆ ਰਹੇ ਸਿੱਖਾਂ ਨੂੰ ਉਡੀਕ ਰਹੇ ਸਨ। ਇਹਨੇ ਫਿਰ ਆਵਾਜ਼ਾਂ ਮਾਰੀਆਂ। ਅਖੀਰ ਮਹਾਰਾਜ ਦੇ ਘੋੜੇ ਦੇ ਨੇੜੇ ਜਾ ਕੇ ਇੱਕ ਚਾਬੁਕ ਮਾਰਿਆ ਤੇ ਘੋੜੇ ਨੂੰ ਤੇਜ਼ ਤੁਰਨ ਵਾਸਤੇ ਜਦ ਕਿਹਾ ਤਾਂ ਸਤਿਗੁਰੂ ਜੀ ਬੜੇ ਨਾਰਾਜ਼ ਹੋਏ। ਮਹਾਰਾਜ ਕਹਿੰਦੇ ਸਾਡੇ ਜਾਨ ਭਾਈ ਦੇ ਚਾਬੁਕ ਮਾਰਨ ਵਾਲਿਆ ਤੇਰੀ ਸੰਤਾਨ ਮਰ ਜੇ। ਦਾਨ ਸਿੰਘ ਬੜਾ ਡਰ ਗਿਆ। ਸਤਿਗੁਰੂ ਜੀ ਬਖਸ਼ ਲਓ, ਇਹ ਨਿਆਣਾ, ਇਹਨੂੰ ਪਤਾ ਨਹੀਂ ਮਰਿਆਦਾ ਦਾ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਨਾ, ਪਿਓ ਮਾਂ ਬੱਚਿਆਂ ਨੂੰ ਜੋ ਗਾਲ ਕੱਢਦੇ ਆ ਉਹ ਨਾਰਾਜ਼ ਹੋ ਕੇ ਉਹਨਾਂ ਦੀ ਗਲਤੀ ਤੋਂ ਕੱਢਦੇ, ਪਰ ਦਿਲੋਂ ਨਹੀਂ ਚਾਹੁੰਦੇ ਵੀ ਇਹਨਾਂ ਦਾ ਨੁਕਸਾਨ ਹੋਵੇ। ਪਰ ਇਹਨੂੰ ਧੀਰਜ ਨਹੀਂ ਆਈ। ਫਿਰ ਉਦਾਹਰਨ ਦਿੱਤੀ ਵੀ ਜਿਵੇਂ ਜੰਗਲ 'ਚ ਅੱਗ ਲੱਗੀ ਤੋਂ ਜਿਹੜੀ ਸ਼ੇਰਨੀ, ਜਿਹੜਾ ਸ਼ੇਰ ਆਪਣੇ ਦਾੜਾਂ ਦੇ ਨਾਲ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਚਬਾ ਜਾਂਦੇ ਨੇ, ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗ ਤੋਂ ਬਚਾਉਣ ਦੇ ਲਈ ਉਹਨਾਂ ਦੰਦਾਂ ਦੇ ਨਾਲ ਹੀ ਚੁੱਕ ਕੇ ਸੁਰੱਖਿਅਤ ਜਗ੍ਹਾ ਤੇ ਲੈ ਜਾਂਦੇ ਨੇ। ਇਸੇ ਤਰ੍ਹਾਂ ਸਾਹਿਬ ਕਹਿੰਦੇ ਵੀ ਜਿਹੜੇ ਸਾਡੇ ਬਚਨ ਨੇ ਵੈਰੀ ਵਾਸਤੇ ਤਾਂ ਦੁਖਦਾਈ ਹੈ, ਪਰ ਸਾਡੇ ਤੁਸੀਂ ਸਿੱਖ ਪੋਤੀ ਹੋ ਤੇ ਅਸੀਂ ਤਾਂ ਕਹਿੰਦੇ ਆ ਵੀ ਸੁਖੀ ਬਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਅਸੀਂ ਤਾਂ ਤੁਹਾਡੀ ਸੁੱਖ ਮੰਗਦੇ ਆ। ਦਾਨ ਸਿੰਘ ਮਹਾਰਾਜ ਸਾਹਿਬ ਦੇ ਕੋਲੋਂ ਐਸੀ ਉਦਾਹਰਨ ਸੁਣ ਕੇ ਖੁਸ਼ ਹੋਇਆ। ਇਹਨੂੰ ਧੀਰਜ ਆਈ। ਇੱਕ ਹੋਰ ਪਰਖ ਅੱਗੇ ਜਾ ਕੇ ਸਤਿਗੁਰਾਂ ਕੀਤੀ। ਪਿਆਸ ਦਾ ਬਹਾਨਾ ਬਣਾ ਕੇ ਜਲ ਮੰਗਿਆ ਵੀ ਦੇਖਦੇ ਆਂ ਵੀ ਜੰਗਲ ਦੇ ਜਿਹੜੇ ਲੋਕ ਨੇ ਉਹ ਕੈਸੇ ਨੇ। ਸਿੰਘਾਂ ਨੇ ਪਾਣੀ ਪੁੱਛਿਆ, ਕਿਸੇ ਕੋ ਨਾ ਮਿਲਿਆ। ਜਿਹੜਾ ਖਾਨਾ ਦਾਸ ਸੀ ਕਪੂਰੇ ਚੌਧਰੀ ਦਾ, ਇਹਦੇ ਕੋਲ ਪਾਣੀ ਸੀ। ਇਹ ਪਹਿਲਾਂ ਦੇ ਨਾ ਕਰਦੀ, ਫਿਰ ਕਹਿੰਦਾ ਵੀ ਇੱਕ ਕਟੋਰਾ 1 ਰੁਪਇਆ ਚਾਂਦੀ ਦਾ ਲੈ ਕੇ ਦਊਂ। ਸਿੰਘਾਂ ਨੇ ਲੈ ਆਂਦਾ ਵੀ ਚਲੋ ਸਤਿਗੁਰੂ ਨੂੰ ਛਕਾਉਣਾ ਹੈ। ਮਹਾਰਾਜ ਸਾਹਿਬ ਨੂੰ ਦੱਸਿਆ ਵੀ ਪੈਸੇ ਲੈ ਕੇ ਪਾਣੀ ਦਿੱਤਾ। ਸਤਿਗੁਰਾਂ ਰੋੜਤਾ। ਕੁਝ ਸਮੇਂ ਬਾਅਦ ਕਹਿੰਦੇ ਹੋਰ ਲਿਆਓ। ਫਿਰ ਇੱਕ ਮੋਹਰ ਮੰਗੀ, ਲੈ ਆਏ। ਮੋਹਰ ਦੇ ਕੇ ਸਤਿਗੁਰੂ ਕਹਿੰਦੇ ਖਾਨਾ ਸਭ ਪਦਾਰਥ ਜਿਹੜੇ ਪੀਣ ਵਾਲੇ ਨੇ ਉਹਨਾਂ 'ਚੋਂ ਪਤਲਾ ਪਾਣੀ ਮੰਨਿਆ ਗਿਆ ਹੈ, ਪਰ ਤੂੰ ਤੇ ਅੱਜ ਪਾਣੀ ਤੋਂ ਵੀ ਪਤਲਾ ਹੋ ਗਿਆ। ਭਾਵ ਕਿ ਇਹਨਾਂ ਤੋਂ ਲਾਲਚੀ ਹੋ ਗਿਆ ਵੀ ਜਲ ਵੀ ਮੁੱਲ ਦਿੱਤਾ ਛਕਣ ਵਾਸਤੇ, ਪਾਣੀ ਵੀ ਮੁੱਲ ਛਕਣ ਨੂੰ ਦਿੱਤਾ। ਇੱਦਾਂ ਦੇ ਕੌਤਕ ਸਾਹਿਬ ਜੀ ਕੀਤੇ। ਇੰਨੇ ਨੂੰ ਮਾਝੇ ਦੀ ਸੰਗਤ ਪੰਚਾਇਤਾਂ ਦੀ, ਲੰਬੜਦਾਰਾਂ ਦੀ ਅਗਵਾਈ 'ਚ ਸਤਿਗੁਰਾਂ ਨੂੰ ਆਣ ਮਿਲੀ। ਬੈਠ ਗਏ। ਕਹਿਣ ਲੱਗੇ ਸਤਿਗੁਰੂ ਜੀ ਸਿੱਖੀ ਤਾਂ ਨਿਭਾਉਣੀ ਔਖੀ ਹੋ ਰਹੀ ਹੈ। ਸਭ ਪੰਚਾਇਤਾਂ ਇਕੱਠੀਆਂ ਹੋ ਕੇ ਮਤਾ ਕੀਤਾ ਹੈ ਵੀ ਅਸੀਂ ਵਿੱਚ ਪੈ ਕੇ ਤੁਹਾਡੀ ਬਾਦਸ਼ਾਹ ਦੇ ਨਾਲ ਸੁਲ੍ਹਾ ਕਰਾ ਦਿੰਦੇ ਹਾਂ। ਮਹਾਰਾਜ ਜੀ ਸੁਲ੍ਹਾ ਸਫਾਈ ਹੋ ਜਾਏਗੀ, ਫਿਰ ਸਾਨੂੰ ਵੀ ਸਿੱਖੀ ਨਿਭਾਉਣੀ ਸੌਖੀ ਹੈ। ਕਲਗੀਧਰ ਮਹਾਰਾਜ ਸਾਹਿਬ ਜੀ ਨਹੀਂ ਤੇ ਸਾਡੇ ਕੋਲ ਸਿੱਖੀ ਨਹੀਂ ਨਿਭਾਈ ਜਾਣੀ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜਦੋਂ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਉਦੋਂ ਤੁਹਾਡੀਆਂ ਪੰਚਾਇਤਾਂ ਮਾਝੇ ਦੀਆਂ ਕਿੱਥੇ ਗਈਆਂ ਸਨ? ਉਦੋਂ ਤਾਂ ਡਰਦਾ ਕੋਈ ਜਹਾਂਗੀਰ ਤੋਂ, ਚੰਦੂ ਤੋਂ ਬੋਲਿਆ ਨਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਉਦੋਂ ਪੰਚਾਇਤਾਂ ਕਿੱਥੇ ਗਈਆਂ ਸੀ? ਮਾਝੇ ਦੇ ਸਿੱਖ ਕਿੱਥੇ ਗਏ ਸੀ? ਹੋਰ ਵੀ ਤੇ ਦੁਨੀਆ ਸਿੱਖ ਹੈਗੇ ਸੀ। ਉਦੋਂ ਤਾਂ ਕਿਸੇ ਨੇ ਅੱਗੇ ਹੋ ਕੇ ਵੀ ਨਹੀਂ ਕਿਹਾ ਵੀ ਅਸੀਂ ਸਿੱਖਾਂ ਗੁਰੂ ਤੇਗ ਬਹਾਦਰ ਸਾਹਿਬ ਦੇ। ਆਨੰਦਪੁਰ ਦੇ ਵਿੱਚ ਸੌਹਾਂ ਝੂਠੀਆਂ ਖਾਧੀਆਂ, ਸਾਡੇ ਸਾਹਿਬਜ਼ਾਦੇ ਸ਼ਹੀਦ ਹੋਏ। ਇਹ ਤੁਹਾਡੀਆਂ ਪੰਚਾਇਤਾਂ ਉਦੋਂ ਕਿੱਥੇ ਸੀ? ਤੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਇੱਦਾਂ ਨਹੀਂ ਤੇ ਇੱਦਾਂ ਕਰੋ, ਮਹਾਰਾਜ ਕਹਿੰਦੇ ਚੰਗੇ ਸਿੱਖ ਜੰਮੇ ਹੋ। ਸਿੱਖ ਤਾਂ ਹੁੰਦਾ ਗੁਰੂ ਦਾ ਉਪਦੇਸ਼ ਲੈਣ ਵਾਲਾ। ਅੱਜ ਗੁਰੂ ਨੂੰ ਹੀ ਉਪਦੇਸ਼ ਕਰਨ ਆ ਗਏ ਜੇ। ਬਾਕੀ ਰਹੀ ਗੱਲ ਸਿੱਖੀ ਦੀ ਤੇ ਗੁਰੂ ਦੀ, ਪਾਤਸ਼ਾਹ ਕਹਿੰਦੇ ਅਸੀਂ ਕਿਹੜਾ ਤੁਹਾਨੂੰ ਨਿੰਦਾ ਭੇਜਿਆ, ਸੱਦਾ ਭੇਜਿਆ ਏ ਵੀ ਜੇ ਨਹੀਂ ਨਿਭਦੀ ਤੇ ਜਾ ਕੇ ਆਪਣੇ ਘਰੇ ਬੈਠੋ, ਅਸੀਂ ਕੀ ਲੈਣਾ ਤੁਹਾਡੇ ਕੋਲ, ਤੇ ਇੱਥੇ ਲਿਖ ਜਾਓ, ਲਿਖਤੀ ਕਰਾਰ ਕਰ ਜੋ ਵੀ ਤੁਸੀਂ ਮਹਾਰਾਜ ਸਾਡੇ ਗੁਰੂ ਨਹੀਂ, ਅਸੀਂ ਸਿੱਖ ਨਹੀਂ ਹੈ। ਪਹਿਲਾਂ ਵੀ ਤੇ ਭੱਜ ਕੇ ਆਏ ਸੀ, ਕੰਧ ਟੱਪ ਕੇ, ਹੁਣ ਲਿਖ ਕੇ ਚੱਲ ਜਾਓ। ਮਹਾਰਾਜ ਸਾਹਿਬ ਜੀ ਦਾ ਬਚਨ ਸੁਣ ਕੇ ਨੀਵੀਆਂ ਪੈ ਗਈਆਂ ਪੈਂਚਾਂ ਦੀਆਂ। ਦੁਬਾਰਾ ਫੇਰ ਗੁਰੂ ਸਾਹਿਬ ਕਹਿੰਦੇ ਇੱਥੇ ਕਾਗਜ਼ ਤੇ ਲਿਖੋ। ਜਿਹੜੇ 5 ਸਰਪੰਚ ਨੰਬਰਦਾਰ ਸਨ ਇਹਨਾਂ ਨੇ ਝਾਟੀ ਕਾਗਜ਼ ਤੇ ਲਿਖ ਦਿੱਤਾ। ਵਾਰੀ ਵਾਰੀ ਸਾਰਿਆਂ ਲਿਖਤਾ ਮਹਾਰਾਜ ਅਸੀਂ ਤੁਹਾਡੇ ਸਿੱਖ ਨਹੀਂ। ਬੇਦਾਵੇ ਦਾ ਕਾਗਜ਼ ਲਿਖਿਆ। ਸਤਿਗੁਰੂ ਸਾਹਿਬ ਕਹਿੰਦੇ ਮਾਝਾ ਸਾਰਾ ਹੀ ਸਿੱਖੀ ਤੋਂ ਖਾਰਜ। ਆਪਣੇ ਗੀਸੇ ਦੇ ਵਿੱਚ ਮਹਾਰਾਜ ਜੀ ਨੇ ਉਹ ਪਾਲਿਆ। ਇਹ ਕਥਾ ਆਪਾਂ ਕੱਲ੍ਹ ਤੀਕਰ ਸਰਵਣ ਕੀਤੀ ਹੈ। ਇਹ ਤੋਂ ਅੱਗੇ
ਜੋ ਪ੍ਰਸੰਗ ਆ ਰਿਹਾ, ਜਿਵੇਂ ਸਿੱਧਕੀ ਸਿੱਖ ਮਹਾਰਾਜ ਦੇ ਲਈ ਲੜਨ ਮਰਨ ਦੇ ਲਈ ਤਿਆਰ ਹੋਣਗੇ, ਜਿਵੇਂ ਖਦਰਾਣੇ ਦੀ ਢਾਬ ਤੇ ਮੋਰਚਾਬੰਦੀ ਹੁੰਦੀ ਹੈ, ਇਹ ਕਥਾ ਅੱਜ ਆਪਾਂ ਸਰਵਣ ਕਰਾਂਗੇ। ਆਓ ਸਤਿਗੁਰੂ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੇ ਜੇ ਬੇਮੁਖ ਸਿਦਕ ਬਿਨਾ। ਸਾਧ ਸੰਗਤ ਜੀ, ਜਿਹੜੇ ਜਿਹੜੇ ਕੋਈ ਬੇਮੁਖ ਸਨ, ਜਿਹੜੇ ਸਿਦਕ ਹਾਰ ਚੁੱਕੇ ਸੀ, ਜਿਨ੍ਹਾਂ ਨੂੰ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਭਰੋਸਾ ਨਹੀਂ ਰਿਹਾ, ਸਿਮਰ ਪੰਚਾਇਤ ਬਾਤ। ਉਹਨਾਂ ਨੇ ਪੰਚਾਇਤਾਂ ਦੀ ਗੱਲ ਚੇਤੇ ਕੀਤੀ ਵੀ ਸਾਡੇ ਪਿੰਡ ਦੇ ਪੈਂਚਾਂ ਨੇ ਇਦਾਂ ਕਿਹਾ ਹੈ ਵੀ ਜੇ ਮਹਾਰਾਜ ਔਰੰਗਜ਼ੇਬ ਨਾਲ ਸੁਲ੍ਹਾ ਨਹੀਂ ਕਰਦੇ ਤੇ ਆਪਾਂ ਫਿਰ ਮਹਾਰਾਜ ਸਾਹਿਬ ਨੂੰ ਕਹਿ ਦੇਣਾ ਵੀ ਅਸੀਂ ਤੁਹਾਡੇ ਸਿੱਖ ਨਹੀਂ ਹੈ। ਉਹ ਰਾਜਨੀਤਿਕ ਜੇ ਲੋਕ ਇਦਾਂ ਦੇ ਹੁੰਦੇ ਨੇ, ਪੈਂਚਾਂ ਦੇ ਕਹੇ ਦੇ ਲੋਕ ਵੀ ਬਹੁਤੇ ਸਿੱਖ ਭੋਲੇ ਜਿਹੜੇ ਪਿੱਛੇ ਲੱਗ ਗਏ, ਕਿਉਂਕਿ ਸਾਧ ਸੰਗਤ ਜੀ ਹੁਣ ਵੀ ਅਸਰ ਹੈਗਾ, ਪਰ ਪੁਰਾਣੇ ਸਮਿਆਂ ਪਿੰਡ ਦੇ ਵਿੱਚ ਪੰਚਾਇਤ ਦੀ ਗੱਲ ਮੰਨਣੀ ਪੈਂਦੀ ਸੀ। ਜੇ ਪੰਚਾਇਤ ਬੇਮੁਖ ਹੈ ਤੇ ਪਿੰਡ ਨੂੰ ਹੀ ਬੇਮੁਖ ਕਰ ਦਿੰਦੇ ਸਨ। ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਕਿਹਾ ਵੀ ਇੱਥੇ ਲਿਖ ਜਾਓ, ਤੇ ਜਿਹੜੇ ਮਾੜੇ ਸਨ ਨਾ, ਉਹਨਾਂ ਨੇ ਧੀਰਜ ਨਹੀਂ ਰੱਖੀ ਤੇ ਸਿੱਖੀ ਤੋਂ ਖਾਰਜ ਹੋਣ ਦੇ ਲਈ ਬੇਦਾਵੇ ਦੇ ਕਾਗਜ਼ ਤੇ ਦਸਤਖਤ ਕਰ ਦਿੱਤੇ। ਲਿਖਿਓ ਬੇਦਾਵਾ ਦੇਰ ਬਿਨਾ। ਸੋਚਿਆ ਹੀ ਨਹੀਂ ਵੀ ਸਿੱਖੀ ਕਿਤੇ ਲੱਭਦੀ ਹੈ, ਇਹਨਾਂ ਨੂੰ ਚੇਤਾ ਹੀ ਨਹੀਂ ਹੈ ਉਹਨਾਂ ਬਚਨਾਂ ਦਾ ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਹੋ ਕੇ ਬਾਣ ਪ੍ਰਾਪਤ ਹੁੰਦਾ ਹੈ। ਬਿਨਾਂ ਦੇਰ ਤੋਂ ਮਾਝੇ ਤੋਂ ਆਏ ਕੋਈ 150 ਜਿਹੜੇ ਮੋਹਦਬਾਰ ਸਨ, ਇਹਨਾਂ ਨੇ ਝਾਟੀ ਬਦਾਵੇ ਦੇ ਉੱਤੇ ਦਸਤਖਤ ਕਰ ਦਿੱਤੇ। ਲਿਖਤਾ ਮਹਾਰਾਜ ਤੁਸੀਂ ਸਾਡੇ ਗੁਰੂ ਨੇ, ਅਸੀਂ ਤੁਹਾਡੇ ਅੱਜ ਤੋਂ ਸਿੱਖ ਨਹੀਂ। ਗੁਰ ਸਿੱਖ ਨਹੀਂ ਕਦਾਂਤ। ਇਹ ਲਿਖਿਆ ਵੀ ਅਸੀਂ ਸਿੱਖ ਕਦੇ ਵੀ ਨਹੀਂ, ਪਹਿਲਾਂ ਵੀ ਸਿੱਖ ਨਹੀਂ ਸੀ, ਹੁਣ ਵੀ ਤੇ ਅੱਗੇ ਨੂੰ ਵੀ ਮਹਾਰਾਜ ਤੁਹਾਡੇ ਸਿੱਖ ਨਹੀਂ ਹਾਂ। ਚਾਓ ਭਈ ਜੇ ਜੇ ਸਿੱਧਕੀ ਗੁਰ ਸਿੱਖ ਪਿਆਰੇ। ਜਦੋਂ ਇਦਾਂ ਬਦਾਵਾ ਲਿਖਿਆ ਗਿਆ ਵੀ ਮਹਾਰਾਜ ਅਸੀਂ ਸਿੱਖ ਹੀ ਨਹੀਂ ਤੁਹਾਡੇ, ਤੇ ਜਿਹੜੇ ਸਿੱਧਕੀ ਸਨ ਉਸ ਪੰਚਾਇਤ ਦੇ ਵਿੱਚ ਗੁਰੂ ਮਹਾਰਾਜ ਦੇ ਪਿਆਰੇ ਸਿੱਖ ਵੀ ਆਏ ਸਨ। ਭਇਓ ਕਸ਼ਟ ਤਿਨ ਕੇ ਮਨ ਭਾਰੇ। ਉਹਨਾਂ ਦੇ ਮਨ ਨੂੰ ਬੜਾ ਭਾਰੀ ਦੁੱਖ ਲੱਗਾ, ਕਹਿੰਦੇ ਤਾਂ ਬਹੁਤ ਗਲਤ ਹੋ ਗਿਆ। ਇੱਥੇ ਨਾਲੋਂ ਥੋੜਾ ਜਿਹਾ ਕੁਝ ਫਰਕ ਪਾ ਕੇ ਵੀ ਸਾਖੀ ਇੱਕ ਆਉਂਦੀ ਹੈ ਵੀ ਅਸਲ ਵਿੱਚ ਜਿਹੜੇ ਬਦਾਵਾ ਲਿਖਣ ਵਾਲੀਆਂ ਪੰਚਾਇਤਾਂ ਸੀ ਉਹ ਅੱਗੇ ਮਹਾਰਾਜ ਕੋ ਆਈਆਂ, ਤੇ ਜਿਹੜੇ 40 ਸਿੰਘ ਸ਼ਹੀਦੀਆਂ ਪਾ ਗਏ ਉਹਨਾਂ ਦੇ ਵਿੱਚੋਂ ਬਹੁਤੇ ਪਿਛਾਂ ਹੀ ਆ ਰਹੇ ਸਨ, ਹਾਲਾਂ ਸਤਿਗੁਰਾਂ ਤੀਕਰ ਉਹ ਪਹੁੰਚੇ ਨਹੀਂ ਸੀ। ਇਹਨਾਂ ਪਹਿਲਾਂ ਹੀ ਪੰਚਾਇਤਾਂ ਨੇ, ਲੰਬੜਦਾਰਾਂ ਨੇ, ਪੈਂਚਾਂ ਨੇ ਬਦਾਵਾ ਲਿਖ ਦਿੱਤਾ, ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਬਦਾਵਾ ਕਲਗੀਧਰ ਮਹਾਰਾਜ ਸਾਹਿਬ ਜੀ ਨੂੰ ਲਿਖ ਆਏ ਨੇ, ਤੇ ਇਸ ਗੱਲ ਨੂੰ ਯਾਦ ਕਰਕੇ ਬਹੁਤਾ ਹੀ ਦੁੱਖ ਹੋਇਆ, ਬਹੁਤਾ ਹੀ ਉਹਨਾਂ ਨੂੰ ਕਸ਼ਟ ਹੋਇਆ, ਕਿਉਂਕਿ ਭਾਵੇਂ ਕਲਗੀਧਰ ਸਾਹਿਬ ਤੋਂ ਬਾਅਦ ਵਿੱਚ ਹੀ ਸ਼ਹੀਦ ਹੋਏ ਭਾਈ ਮਨੀ ਸਿੰਘ ਜੀ, ਪਰ ਉਹਨਾਂ ਨੂੰ ਜਦੋਂ ਕਿਹਾ ਨਾ ਵੀ ਆਪਣੀ ਜਾਨ ਜੇ ਬਚਾਉਣੀ ਹੈ ਤਾਂ ਇਦਾਂ ਸਾਡੀ ਗੱਲ ਮੰਨ ਕੇ ਤੇ ਜਿਹੜੇ ਕੋਈ ਸਿੰਘ ਨੇ ਉਹਨਾਂ ਦੀ ਗ੍ਰਿਫਤਾਰੀ ਕਰਵਾ ਦਿਓ ਟਿਕਾਣੇ ਦੱਸ ਕੇ, ਨਹੀਂ ਤੇ ਮਾਰ ਦਿੱਤੇ ਜਾਓਗੇ। ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ ਸੀ ਦੇਹ ਤੋਂ ਆਮਣ ਜਾਣ ਹੈ, ਸਿੱਖੀ ਲੱਭੈ ਕਬ ਕੋਏ। ਵੀ ਦੇਹੀ ਦਾ ਕੀ ਹੈ, ਤਾਂ ਹੁਣ ਜਾਣੀਏ ਸਿੱਖੀ ਕਿਤੇ ਲੱਭਦੀ ਹੈ। ਇਹਦਾ ਪਤਾ ਨਹੀਂ ਕਿੱਡੇ ਵੱਡੇ ਭਾਗ ਹੋਣਗੇ ਤਾਂ ਸਿੱਖਾਂ ਦੇ ਘਰ ਦੇ ਵਿੱਚ ਜਨਮ ਹੁੰਦਾ ਏ। ਸਾਧ ਸੰਗਤ ਜੀ, ਕੁੱਲ ਦੁਨੀਆ ਦੇ ਵਿੱਚ 8 ਅਰਬ ਤੋਂ ਵੱਧ ਆਬਾਦੀ ਹੈ, ਦੁਨੀਆ ਦੀ 800 ਕਰੋੜ ਤੋਂ ਜ਼ਿਆਦਾ, ਪਰ ਸਭ ਥਾਵਾਂ ਦੇ ਲੋਕ ਉਹ ਭੈੜੀਆਂ ਚੀਜ਼ਾਂ ਖਾਂਦੇ ਨੇ, ਜਿੱਥੇ ਜਾਓ ਮੰਦੀਆਂ ਚੀਜ਼ਾਂ ਖਾਂਦੇ ਨੇ, ਪਰ ਇੱਕ ਗੰਦੇ ਬਿਨ ਧੂਮ ਤੇ ਰਚਿਓ ਪੰਥ ਪਾਤਸ਼ਾਹ ਹੈ। ਇਹ ਪਾਤਸ਼ਾਹ ਨੇ ਪੰਥ ਸਾਜਿਆ ਵੀ ਮਨਾ ਕੀਤਾ ਹੈ ਵੀ ਹੁਕਾ ਹਜਾਮਤ ਹਲਾਲੋ ਹਰਾਮ, ਵੀ ਇਹ ਚੀਜ਼ਾਂ ਮਨਾ ਨੇ। ਕਿਸੇ ਧਰਮ ਦੇ ਵਿੱਚ ਮਨਾਈ ਨਹੀਂ, ਸਭ ਕੁਝ ਹੀ ਕਰੀ ਕਰਾਈ ਜਾਂਦੇ ਨੇ, ਗੰਦ ਪਿਲ ਖਾਈ ਹੋਈ ਜਾਂਦੇ ਨੇ, ਕੋਈ ਰੋਕ ਟੋਕ ਨਹੀਂ। ਪਰ ਇੱਥੇ ਮਹਾਰਾਜ ਨੇ ਇੱਕ ਨਿਆਰਾ ਪੰਥ ਸਾਜਿਆ ਏ
ਵੱਡੇ ਭਾਗ ਹਨ ਜਿਨ੍ਹਾਂ ਦੇ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਸਿਦਕ ਮਿਲਿਆ ਏ। ਉਹ ਸਿਦਕੀ ਸਿੱਖ ਬੜੇ ਉਦਾਸ ਹੋ ਗਏ। ਉਹਨਾਂ ਨੇ ਆਪਣੇ ਮਨ ਦੇ ਵਿੱਚ ਬਹੁਤ ਭਾਰੀ ਦੁੱਖ ਮੰਨਿਆ। ਕਹਿੰਦੇ ਅੱਜ ਇਦਾਂ ਲੱਗ ਰਿਹਾ ਹੈ ਵੀ ਸਾਹ ਚੱਲ ਰਹੇ ਨੇ ਪਰ ਜਿਉਂਦੇ ਹੀ ਮਰ ਗਏ ਹਾਂ। ਪ੍ਰਾਣ ਜਿਹੜੇ ਹਨ ਉਹ ਹੈਗੇ ਨੇ ਪਰ ਮਰਿਆਂ ਤੋਂ ਵੱਧ ਸਾਡੀ ਹਾਲਤ ਕੋਈ ਨਹੀਂ। ਗੁਰੂ ਤੋਂ ਬੇਮੁਖ ਹੋ ਕੇ ਬਹੁਤ ਬੁਰਾ ਕਾਰਜ ਇਹ ਭਇਓ। ਕਹਿੰਦੇ ਤਾਂ ਬੜਾ ਮਾੜਾ ਕੀਤਾ ਹੈ ਵੀ ਇਹ ਜਿਹੜੇ ਸਾਡੇ ਮੁਖੀ ਆਏ ਸੀ ਅੱਗੇ ਸਿੱਖ ਬਣ ਕੇ, ਇਹਨਾਂ ਆਗੂਆਂ ਨੇ, ਇਹਨਾਂ ਸਾਡੇ ਲੀਡਰਾਂ ਨੇ, ਇਹਨਾਂ ਪੈਂਚਾਂ ਨੇ ਤਾਂ ਸਾਨੂੰ ਬੇਮੁਖ ਕਰਤਾ ਗੁਰੂ ਸਾਹਿਬ ਤੋਂ। ਲੋਕ ਪਰਲੋਕ ਖੋਏ ਸਭ ਲਿਓ। ਇਹ ਜੇ ਸਾਡਾ ਲੋਕ ਵੀ ਵਿਗੜ ਗਿਆ ਤੇ ਪਰਲੋਕ ਵੀ ਖਰਾਬ ਹੋ ਗਿਆ। ਇਹ ਜਿਹੜੇ ਚੰਗੇ ਭਾਈ ਮਾਨ ਸਿੰਘ ਜੀ ਵਰਗੇ, ਭਾਈ ਰਾਏ ਸਿੰਘ ਜੀ ਵਰਗੇ, ਮਾਈ ਭਾਗ ਕੌਰ ਵਰਗੇ ਸਿੱਖ ਹੈ, ਉਹਨਾਂ ਦਾ ਇਦਾਂ ਦਾ ਮਤਾ ਇਹ ਕਹਿੰਦੇ ਸਾਡਾ ਤਾਂ ਲੋਕ ਪਰਲੋਕ ਖਰਾਬ ਹੋ ਗਿਆ ਜਿਹੜਾ ਇਹਨਾਂ ਦੇ ਪਿੱਛੇ ਲੱਗ ਕੇ ਗੁਰੂ ਤੋਂ ਬੇਮੁਖ ਹੋ ਗਏ ਆ। ਸ਼੍ਰੀ ਸਤਿਗੁਰ ਪੀ ਭਏ ਉਦਾਸ। ਇਹ ਸਾਧ ਸੰਗਤ ਸਿੱਧਕੀ ਸਿੱਖ ਹੀ ਨਹੀਂ ਉਦਾਸ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉਦਾਸ ਹੋਏ ਜਦੋਂ ਵੇਖਿਆ ਵੀ ਇਹਨਾਂ ਨੇ ਤੇ ਬਦਾਵਾ ਲਿਖ ਦਿੱਤਾ। ਜਥਾ ਕਪੁੱਤਰ ਬਨੇ ਪਿਤ ਪਾਸ। ਗੁਰੂ ਸਾਹਿਬ ਦੇ ਉਦਾਸ ਹੋਣ ਦਾ ਕਾਰਨ ਇਹ ਹੈ ਵੀ ਜਿਵੇਂ ਕੋਈ ਪਿਤਾ ਜਿਹੜਾ ਏ ਉਹਦਾ ਕੋਈ ਪੁੱਤਰ ਕਪੁੱਤਰ ਬਣ ਜਾਵੇ, ਬਥੇਰਾ ਭਾਵੇਂ ਮਾਪੇ ਬੱਚਿਆਂ ਨੂੰ ਸਮਝਾਣ ਉਹ ਨਾ ਆਖੇ ਲੱਗੇ, ਬੱਚਿਆਂ ਨੂੰ ਝਿੜਕਣ, ਜੇ ਬੱਚਾ ਨਹੀਂ ਸੁਧਰਦਾ ਤੇ ਸਾਧ ਸੰਗਤ ਜੀ ਭਾਵੇਂ ਬੇਦਖਲ ਵੀ ਕਰ ਦੇਣ ਤੇ ਮਾਪੇ ਖੁਸ਼ ਥੋੜਾ ਹੁੰਦੇ ਨੇ। ਮਾਪੇ ਫੇਰ ਵੀ ਦੁਖੀ ਹੀ ਰਹਿੰਦੇ ਨੇ। ਉਹਨਾਂ ਨੂੰ ਇਹੀ ਝੋਰਾ ਖਾਈ ਜਾਂਦਾ ਹੈ ਵੀ ਇਹ ਬੱਚੇ ਸਾਡੇ ਤੋਂ ਬੇਮੁਖ ਕਿਉਂ ਹੋ ਗਏ ਨੇ। ਭਾਵੇਂ ਬਦਾਵਾ ਦਾ ਕਾਗਜ਼ ਸਤਿਗੁਰੂ ਸਾਹਿਬ ਨੇ ਕਿਹਾ ਲਿਖੋ, ਉਹਨਾਂ ਲਿਖ ਦਿੱਤਾ, ਪਰ ਕਲਗੀਧਰ ਮਹਾਰਾਜ ਫਿਰ ਵੀ ਖੁਸ਼ ਨਹੀਂ, ਉਦਾਸ ਹਨ ਵੀ ਸਾਡੇ ਪੁੱਤਰ ਕਪੁੱਤਰ ਬਣ ਗਏ ਨੇ, ਬੇਮੁਖ ਹੋ ਗਏ ਹਨ। ਮਹਾ ਬੇਰਸ ਦੋ ਦਿਸ਼ ਤੇ ਹੋਵਾ। ਇਹਨਾਂ ਦੋਵੇਂ ਪਾਸੇ ਬਹੁਤ ਬੇਰਸੀ ਜੀ ਹੋ ਗਈ। ਸਤਿਗੁਰੂ ਮਹਾਰਾਜ ਸਾਹਿਬ ਜੀ ਵੀ ਉਦਾਸ ਨੇ, ਜਿਹੜੇ ਦੂਜੇ ਪਾਸੇ ਸਿੱਧਕੀ ਸਿੱਖ ਹੈ ਉਹ ਵੀ ਉਦਾਸ ਹੋ ਗਏ ਵੀ ਇਹ ਸਾਡੇ ਆਗੂਆਂ ਨੇ ਚੰਗਾ ਨਹੀਂ ਕੀਤਾ। ਮਹਾਰਾਜ ਅੱਗੇ ਬੇਦਾਵਾ ਲਿਖ ਕੇ ਧਰਹਿ ਸ਼ੋਕ ਜਿਨ ਤਬ ਜੋਵਾ। ਜਿਨ੍ਹਾਂ ਨੇ ਵੀ ਉਹ ਸਮਾਂ ਵੇਖਿਆ ਨਾ, ਬਦਾਵੇ ਦੇ ਉੱਤੇ ਦਸਤਕ ਹੋਏ ਵੇਖੇ, ਇਹ ਅੱਖਰ ਜਿਨ੍ਹਾਂ ਨੂੰ ਪਤਾ ਲੱਗੇ ਵੀ ਇੱਥੇ ਕੀ ਲਿਖਿਆ ਹੈ, ਕਹਿੰਦੇ ਇੱਥੇ ਲਿਖਿਆ ਹੈ ਵੀ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਜਿਨ੍ਹਾਂ ਇਹ ਸਮਾਂ ਵੇਖਿਆ ਉਹ ਸਾਰੇ ਹੀ ਦੁਖੀ ਹੋ ਗਏ। ਸਿੱਖ ਮਜੈਲਨ ਮੈਂ ਜੇ ਭਲੇ। ਆ ਮਜੈਲਾਂ ਦੇ ਵਿੱਚੋਂ ਜਿਹੜੀਆਂ ਪੰਚਾਇਤਾਂ ਗਈਆਂ ਸੀ ਮਾਝੇ ਦੀਆਂ, ਜਿਹੜੇ ਭਲੇ ਸਿੱਖ ਸਨ, ਭਾਈ ਮਾਨ ਸਿੰਘ ਜੀ ਵਰਗੇ, ਸ਼ਹੀਦ ਮਾਈ ਭਾਗ ਕੌਰ ਵਰਗੇ, ਅਤ ਚਿੰਤਾ ਤੁਰ ਸੰਕਟ ਮਿਲੇ। ਉਹਨਾਂ ਤੇ ਬਹੁਤ ਚਿੰਤਾ ਕੀਤੀ ਹੈ। ਚਿੰਤਾ ਦੇ ਵਿੱਚ ਦੁਖੀ ਹੋ ਗਏ ਬਹੁਤ ਜ਼ਿਆਦਾ। ਸਰੀਰ ਤੇ ਉਹਨਾਂ ਨੇ ਕਸ਼ਟ ਮੰਨਿਆ ਵੀ ਇਹ ਗੱਲ ਸਹੀ ਨਹੀਂ ਹੋਈ ਤੇ ਅਤ ਚਿੰਤਾ ਤੁਰ ਸੰਕਟ ਮਿਲੇ, ਤੇ ਸੰਕਟ ਦੇ ਵਿੱਚ ਆਪਣੇ ਆਪ ਨੂੰ ਮੰਨਿਆ ਵੀ ਅਸੀਂ ਤੇ ਮੁਸੀਬਤ ਵਿੱਚ ਪੈ ਗਏ ਬੇਮੁਖ ਹੋ ਕੇ। ਮਨੋਜ ਦੇਸ਼ ਕੋ ਤਜ ਨ ਸਕਏ। ਵਿੱਚ ਕਈ ਬੰਦੇ ਐਸੇ ਨੇ ਉਹ ਸੋਚਦੇ ਨੇ ਵੀ ਇਧਰ ਗੁਰੂ ਸਾਹਿਬ ਤੋਂ ਬੇਮੁਖੀ ਹੋ ਗਈ ਹੈ, ਉਧਰ ਅਸੀਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਵੀ ਛੱਡ ਨਹੀਂ ਸਕਦੇ, ਵੀ ਪੰਚਾਇਤਾਂ ਤੋਂ ਬਿਨਾਂ ਵੀ ਪਿੰਡ ਵਿੱਚ ਰਹਿਣਾ ਬੜਾ ਔਖਾ ਹੋ ਜਾਂਦਾ ਏ। ਬੇਮੁਖ ਗੁਰ ਦੇ ਨਿਜ ਧਿਕ ਤਕਏ। ਤੇ ਦੂਜੇ ਪਾਸੇ ਸੋਚਦੇ ਆ ਵੀ ਗੁਰੂ ਤੋਂ ਬੇਮੁਖ ਹੋ ਕੇ ਜੀਣ ਦੇ ਉੱਤੇ ਤਰਕਾਰ ਹੈ। ਲਾਹਣਤ ਹੈ ਐਸੀ ਜ਼ਿੰਦਗੀ ਨੂੰ ਜਿਸ ਜ਼ਿੰਦਗੀ ਤੇ ਗੁਰੂ ਸਾਹਿਬ ਤੋਂ ਬੇਮੁਖਤਾ ਹੀ ਹੋਵੇ। ਆਪਣੇ ਆਪ ਨੂੰ ਗੁਰੂ ਤੋਂ ਬੇਮੁਖ ਵੇਖ ਕੇ ਤਰਕਾਰ ਜੋਗ ਸਮਝਦੇ ਹਨ। ਚੜੇ ਉਤਰੋਵਰ ਪਰ ਜੋ ਹੀਰਤ। ਇਧਰ ਤਾਂ ਏਦਾਂ ਗੱਲ ਹੋਈ ਵੀ ਬਦਾਵੇ ਤੇ ਆਈ ਗਏ, ਦਸਤਕ ਕਰਕੇ ਤੁਰੀ ਗਏ ਵੀ ਮਹਾਰਾਜ ਅਸੀਂ ਸਿੱਖ ਨਹੀਂ ਹੈ। ਚੰਗੇ ਸਿੱਖ ਚਿੰਤਾ ਵਿੱਚ ਨੇ, ਮਹਾਰਾਜ ਉਦਾਸ ਨੇ। ਇੱਕ ਜਿਹੜਾ ਸਿੱਖ ਉੱਚੇ ਦਰਖਤ ਦੇ ਉੱਤੇ ਚੜ ਕੇ ਆ ਰਹੀਆਂ ਫੌਜਾਂ ਨੂੰ ਵੇਖ ਰਿਹਾ ਸੀ। ਇਤਨੇ ਮੈਂ ਸੁਨਾਏ ਸੋ ਟੇਰਤ। ਇਧਰੋਂ ਬਦਾਵੇ ਦਾ ਕਾਗਜ਼ ਜਾਂ ਲਿਖ ਕੇ ਮਹਾਰਾਜ ਨੇ ਜੇਬ 'ਚ ਪਾਇਆ ਏ ਵੀ ਇੰਨੇ ਨੂੰ ਉਹ ਜਿਹੜਾ ਸਿੱਖ ਉੱਚੇ ਥਾਂ ਤੇ ਚੜਿਆ
ਦੁਸ਼ਮਣ ਦਲ ਨੂੰ ਵੇਖ ਰਿਹਾ ਸੀ। ਉੱਚੀ ਬੋਲ ਕੇ ਸੁਣਾ ਕੇ ਮਹਾਰਾਜ ਨੂੰ ਕਹਿਣ ਲੱਗਾ, ਪ੍ਰਭ ਜੀ ਕਿਆ ਦੇਖਤ ਹੋ ਖਰੇ। ਕਹਿਣ ਲੱਗਾ, ਹੈ ਮਹਾਰਾਜ ਇੱਥੇ ਖਲੋਤੇ ਆਪ ਜੀ ਕੀ ਵੇਖ ਰਹੇ ਹੋ? ਲਸ਼ਕਰ ਰਿਪਨ ਆਏ ਬੋ ਕਰੇ। ਵੈਰੀਆਂ ਦਾ ਮਹਾਰਾਜ ਦਲ ਬਿਲਕੁਲ ਨੇੜੇ ਹੀ ਆ ਗਿਆ ਆਪਣੇ। ਉਡੀ ਧੂਰ ਸੂਰਜ ਕੋ ਛਾਤ। ਓ ਮਹਾਰਾਜ ਦੂਰ ਧੂੜ ਉੜਦੀ ਆ ਰਹੀ ਹੈ ਤੇ ਇਥੋਂ ਤੀਕਰ ਧੂੜ ਮਿੱਟੀ ਨੇ ਸੂਰਜ ਨੂੰ ਢੱਕ ਲਿਆ ਹੈ। ਸੁਨੇ ਧੁਨੀ ਕੁਛ ਦੰਦਬ ਬਾਜਤ। ਆਵਾਜ਼ ਸੁਣਾਈ ਦੇ ਰਹੀ ਹੈ ਮਹਾਰਾਜ ਜੀ। ਤੁਰਕਾਂ ਦੇ ਦੁਸ਼ਮਣਾਂ ਦੇ ਦਲ ਵਿੱਚ ਕੋਈ ਨਗਾਰੇ ਵੀ ਵੱਜ ਰਹੇ ਨੇ, ਘੋੜੇ ਹਿਣਕ ਰਹੇ ਨੇ, ਆਪਸ ਵਿੱਚ ਸਿਪਾਹੀ ਗੱਲਾਂ ਕਰ ਰਹੇ ਨੇ। ਕਈ ਹਜ਼ਾਰ ਆਏ ਅਸਵਰ। ਬਾਦਸ਼ਾਹ ਇਥੋਂ ਗਿਣ ਕੇ ਮੈਂ ਕੀ ਦੱਸਾਂ, ਕਈ ਹਜ਼ਾਰ ਹੀ ਘੋੜ ਸਵਾਰ ਆਏ ਨੇ। 52,000 ਫੌਜ ਸਾਧ ਸੰਗਤ ਜੀ ਚੜ ਕੇ ਆਈ ਸੀ। ਕਲਮ ਲਾਟ ਸੁਨੀਅਤ ਹੈ ਭਾਰਾ। ਮਹਾਰਾਜ ਬੜਾ ਹੀ ਕਲਮਲਾਹਟ, ਬਹੁਤ ਹੀ ਸ਼ੋਰ ਸ਼ਰਾਬਾ ਰੋਲਾ ਰੱਪਾ, ਆਪਸ ਵਿੱਚ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦੇ ਰਹੀ। ਆਪ ਜੀ ਕਿਰਪਾ ਕਰੋ, ਹੁਣ ਕੋਈ ਤਿਆਰੀ ਕਰੋ। ਕਰੋ ਤਫੰਗਨ ਭਰ ਕਰ ਤਿਆਰੀ। ਬਾਦਸ਼ਾਹ ਹੁਕਮ ਕਰੋ ਆਪਣੇ ਸਿੰਘਾਂ ਦੇ ਤਾਈ ਵੀ ਬੰਦੂਕਾਂ ਦੇ ਵਿੱਚ ਹੁਣੇ ਹੀ ਇਹ ਗੋਲੀਆਂ ਭਰ ਲੈਣ। ਠੋਕੋ ਗਜਨੰਦ ਗੋਰੀ ਡਾਰੀ। ਆ ਵਿੱਚ ਪਾ ਕੇ ਮਸਾਲਾ ਤੇ ਗੱਜ ਦੇ ਨਾਲ ਠੋਕ ਕੇ ਦੋ ਗੋਲੀਆਂ ਜਿਹੜੀਆਂ ਬੰਦੂਕਾਂ ਵਿੱਚ ਪਾ ਲੈਣ। ਰਹੀ ਨਾ ਦੂਰ ਆਏ ਭਾ ਨੇਰ। ਮਹਾਰਾਜ ਹੁਣ ਦੂਰ ਨਹੀਂ ਹੈ, ਆਵਾਜ਼ਾਂ ਜਿਵੇਂ ਸੁਣ ਰਹੀਆਂ ਨੇ ਤੋਂ ਇਹ ਪ੍ਰਤੀਤ ਹੋ ਰਿਹਾ ਏ ਵੀ ਬਿਲਕੁਲ ਹੀ ਨੇੜੇ ਵੈਰੀ ਦਾ ਲਾ ਰਿਹਾ। ਸਾਨੂੰ ਹੁਣ ਢਿੱਲ ਨਹੀਂ ਕਰਨੀ ਚਾਹੀਦੀ। ਘੜੀ ਨਾ ਲਾਗੇ ਹੈ ਭਟ ਭੇਰ। ਮਹਾਰਾਜ ਇੱਕ ਘੜੀ ਦਾ ਸਮਾਂ ਨਹੀਂ ਲੱਗੇਗਾ, ਇਹ ਸੂਰਮਿਆਂ ਦਾ ਆਪਸ ਵਿੱਚ ਇੱਥੇ ਜੰਗ ਜੁੱਧ ਆਰੰਭ ਹੋ ਜਾਵੇਗਾ। ਦੁਸ਼ਮਣ ਇੰਨਾ ਨੇੜੇ ਆ ਚੁੱਕਾ ਏ। ਇਮ ਬੋਲਤ ਹੀ ਉਤਰੇ ਉਤਰੇ। ਇਹ ਤਾਂ ਮਹਾਰਾਜ ਨੂੰ ਦੱਸਦਿਆਂ ਹੋਇਆ ਜਿਹੜਾ ਚੜਿਆ ਸੀ ਸਿੰਘ ਦਰਖਤ ਦੇ ਉੱਤੇ, ਨਾਲੇ ਰੁੱਖ ਤੋਂ ਹੇਠਾਂ ਉਤਰ ਆਇਆ। ਸਤਗੁਰ ਤਬੈ ਤੁਰੰਗਮ ਚਰੇ। ਇਹ ਸਿੰਘ ਵੀ ਘੋੜੇ ਆਪਣੇ ਦੇ ਸਵਾਰ ਹੋ ਗਿਆ ਤੇ ਕਲਗੀਧਰ ਮਹਾਰਾਜ ਜੀ ਵੀ ਇੰਨੇ ਨੂੰ ਆਪਣੇ ਘੋੜੇ ਦੇ ਸਵਾਰ ਹੋ ਗਏ। ਤਨੁਖ ਸੰਭਾਰ ਖੈਂਚ ਟੰਕਾਰਾ। ਜਿਹੜਾ 9 ਟਾਂਕ ਦਾ ਮਹਾਰਾਜ ਦਾ 225 ਕੱਚਾ ਸ਼ੇਰ ਭਾਰ ਪਾਇਆ ਜਿਹੜਾ ਖਿੱਚਿਆ ਜਾਂਦਾ ਧਨਖ ਸੀ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥ ਦੇ ਵਿੱਚ ਧਨਖ ਲੈ ਕੇ ਤੇ ਇਹਨੂੰ ਖਿੱਚ ਕੇ ਟੰਕਾਰਿਆ ਹੈ। ਇਹਦੀ ਤੰਦੀ ਨੂੰ ਖਿੱਚ ਕੇ ਮਹਾਰਾਜ ਸਾਹਿਬ ਜੀ ਨੇ ਟਣਕਾ ਕੇ ਵੇਖਿਆ। ਤੀਸ਼ਨ ਭੀਸ਼ਨ ਤੀਰ ਨਿਕਾਰ। ਤੇ ਫਿਰ ਪੱਥੇ ਦੇ ਵਿੱਚੋਂ ਮਹਾਰਾਜ ਜੀ ਨੇ ਵੈਰੀਆਂ ਦੇ ਉੱਤੇ ਮਾਰਨ ਦੇ ਲਈ ਤਿੱਖਾ ਤੀਰ ਕੱਢ ਲਿਆ। ਸਭ ਬੈਰਾੜਨ ਤਬ ਕਰ ਜੋਰੇ। ਜਦੋਂ ਲਾਗੇ ਬਰਾੜ ਸਿੱਖ ਜਿਹੜੇ ਸਨ ਉਹਨਾਂ ਵੇਖਿਆ ਵੀ ਮਹਾਰਾਜ ਤਾਂ ਇੱਥੇ ਹੀ ਜੰਗ ਸ਼ੁਰੂ ਕਰਨ ਦੇ ਲੱਗੇ ਆ। ਜਿਹੜੇ 1400 ਬਰਾੜ ਸਿੱਖ ਸੀ ਉਹਨਾਂ ਤੋਂ ਜਿਹੜੇ ਅੱਗੇ ਮੁਖੀ ਨੇ ਉਹ ਹੱਥ ਜੋੜ ਕੇ ਕਹਿਣ ਲੱਗੇ, ਪ੍ਰਭ ਜੀ ਗਮਨੋ ਕੁਛ ਇਤ ਟੋਰੇ। ਮਹਾਰਾਜ ਸੱਚੇ ਪਾਤਸ਼ਾਹ ਪ੍ਰਭ ਜੀ ਗਮਨੋ ਕੁਛ ਇਤ ਓਰੇ, ਵੀ ਸਤਿਗੁਰੂ ਜੀ ਇੱਥੇ ਜੰਗ ਆਪਾਂ ਹਾਲੇ ਨਾ ਕਰੀਏ, ਵੀ ਐਸ ਪਾਸੇ ਨੂੰ ਹੱਥ ਦੇ ਨਾਲ ਬਾਹ ਦੇ ਨਾਲ ਖਦਰਾਣੇ ਦੀ ਢਾਬ ਵੱਲ ਨੂੰ ਇਸ਼ਾਰਾ ਜਿਹਾ ਕਰਕੇ ਕਹਿੰਦੇ ਮਹਾਰਾਜ ਕੁਝ ਇੱਧਰ ਨੂੰ ਹੋਰ ਆਪ ਜੀ ਪੈਂਡਾ ਅੱਗੇ ਨੂੰ ਚੱਲੀਏ। ਆਗੇ ਆਏ ਤਾਲ ਖਿਦਰਾਣਾ। ਇੱਧਰ ਮਹਾਰਾਜ ਖਦਰਾਣੇ ਦਾ ਤਾਲ ਹੈ ਜਿਹਦੇ ਵਿੱਚ ਖਦਰਾਣੇ ਦੀ ਢਾਬ, ਉਹਦੇ ਵਿੱਚ ਪਾਣੀ ਹੈ। ਸੋਲਰ ਬੇਗੋ ਖਰਾ ਟਿਕਾਣਾ। ਉਹ ਮਹਾਰਾਜ ਜੀ ਇਹਨਾਂ ਵੈਰੀਆਂ ਦੇ ਨਾਲ ਜੰਗ ਕਰਨ ਦੇ ਲਈ ਬਹੁਤਾ ਹੀ ਸੋਹਣਾ ਚੰਗਾ ਟਿਕਾਣਾ, ਇੱਥੇ ਜੰਗ ਨਾ ਕਰੀਏ, ਖਦਰਾਣੇ ਦੀ ਢਾਬ ਲਾਗੇ ਜਾ ਕੇ ਲੜਾਂਗੇ ਦੁਸ਼ਮਣਾਂ ਨਾਲ। ਨਾਹੇ ਤਾਂ ਕੁਛ ਤੈ ਨਾਹੇ ਤਾਂ ਕੁਛ ਤੈ ਚੇਲ ਆਗੇ। ਨਾਹੇ ਤਾਂ ਕੁਛ ਤੈ ਤੇ ਜਲ ਆਗੇ। ਤੇ ਜੇ ਮਹਾਰਾਜ ਖਦਰਾਣੇ ਦੀ ਢਾਬ ਪਸੰਦ ਨਾ ਆਊਗੀ ਤਾਂ ਉਹ ਤੋਂ ਨਹੀਂ ਤਾਂ ਆਪਾਂ ਅੱਗੇ ਉੱਚੇ ਟਿੱਬੇ ਹਨ ਕੁਝ ਹੋਰ ਗਾਂਹ ਜਾ ਕੇ ਤੇ ਉਸੇ ਟਿੱਬਿਆਂ ਤੋਂ ਜੰਗ ਕਰਾਂਗੇ। ਜਹ ਤੁਰਕਨ ਜਲ ਹੱਥ ਨਾ ਲਾਗੇ। ਇਸ ਢੰਗ ਦੇ ਨਾਲ ਪਾਤਸ਼ਾਹ ਜੀ ਤਿਆਰੀ ਕਰੀਏ ਵੀ ਜਿੱਥੇ ਇਹ ਜਿਹੜੇ ਆ ਰਹੇ ਸਾਡੇ ਤੁਰਕ ਦੁਸ਼ਮਣ ਨੇ ਇਹਨਾਂ ਨੂੰ ਪੀਣ ਵਾਸਤੇ ਇਹਨਾਂ ਦੇ ਪਾਣੀ ਵੀ ਹੱਥ ਨਾ ਲੱਗੇ। ਬਿਨ ਮਾਰੇ ਆਪੇ ਮਰ ਜਾਏ। ਗਰਮੀ ਦੀ ਰੁੱਤ ਹੈ, ਵਿਸਾਖ ਦਾ ਮਹੀਨਾ ਸੀ ਜਦੋਂ ਜੰਗ ਹੋਇਆ ਤੇ ਸਾਧ ਸੰਗਤ 21-22 ਵਿਸਾਖ ਦਾ ਸਮਾਂ ਦੱਸਦੇ ਨੇ। ਤੇ ਮਹਾਰਾਜ ਜੀ ਪਿਆਸ ਕਰਕੇ ਇਹ ਬਿਨਾ ਮਾਰਿਆਂ ਤੁਰਕ ਆਪੇ ਹੀ ਮਰ ਜਾਣਗੇ ਜਦੋਂ ਪਾਣੀ ਨਾ ਕਿਤੇ ਪੀਣ ਨੂੰ ਲੱਦਾ। ਨਾਹੇ ਤਾਂ ਸੂਕੇ ਬਦਨ ਪਲਾਏ। ਤੇ ਜਦੋਂ ਮਹਾਰਾਜ ਸਾਹਿਬ ਜੀ ਜਾਣਦਾ ਇੱਥੇ ਮਰ ਜਾਣਗੇ ਪਿਆਸੇ
ਤੇ ਨਹੀਂ ਤੇ ਜਦੋਂ ਪਿਆਸ ਲੱਗੀ ਤੇ ਧਿਆ ਦੇ ਨਾਲ ਦੁਖੀ ਹੋਏ ਪਿਛਾਂਹ ਨੂੰ ਭੱਜ ਜਾਣਗੇ। ਠਹਿਰ ਨ ਸਕੇ ਤੁਰਤ ਫਿਰ ਜਾਵਹਿ। ਇੱਥੇ ਮਹਾਰਾਜ ਇਹਨਾਂ ਕੋ ਜੰਗਲ ਦਾ ਇਲਾਕਾ ਹੈ, ਹੇਠਾਂ ਰੇਤ ਹੈ, ਉਤੋਂ ਤਪਸ਼ ਪੈ ਰਹੀ ਹੈ, ਪੀਣ ਨੂੰ ਪਾਣੀ ਕਿਧਰੇ ਨਹੀਂ। ਇਹ ਵੀ ਇੱਕ ਜੰਗ ਕਰਨ ਦੀ ਨੀਤੀ ਮਹਾਰਾਜ ਸਾਹਿਬ ਨੇ ਵਰਤੀ ਸੀ ਵੀ ਬਹੁਤੀਆਂ ਫੌਜਾਂ ਦੇ ਨਾਲ ਲੜਨ ਦਾ ਢੰਗ ਇਹ ਹੈ ਵੀ ਜਦੋਂ ਪਾਣੀ ਨਾ ਮਿਲਿਆ ਤੇ ਫਿਰ ਦੁਖੀ ਹੋ ਕੇ ਇਥੋਂ ਭੱਜਣਗੇ। ਜਬ ਖੋਜੇ ਤੇ ਨੀਰ ਨ ਪਾਵਹਿ। ਜਦੋਂ ਮਹਾਰਾਜ ਜੀ ਲੱਭਿਆ ਵੀ ਵੈਰੀਆਂ ਨੂੰ, ਇਹ ਸੂਬੇ ਦੀਆਂ ਫੌਜਾਂ ਨੂੰ ਪਾਣੀ ਨਾ ਪ੍ਰਾਪਤ ਹੋਇਆ। ਇਮ ਤਿਨ ਕੀ ਮਸਲਤ ਸੁਨ ਕਾਨੇ। ਇਹ ਤਾਂ ਬਰਾੜਾ ਨੇ ਕਿਹਾ ਮਹਾਰਾਜ ਇਹਨਾਂ ਕੋ ਫਿਰ ਆਪਣੇ ਅੱਗੇ ਠਹਿਰਿਆ ਨਹੀਂ ਜਾਣਾ ਵੀ ਆਪਾਂ ਅੱਗੇ ਜਾ ਕੇ ਜੰਗ ਕਰੀਏ। ਤਾਂ ਸਤਿਗੁਰੂ ਸਾਹਿਬ ਨੇ ਜਦੋਂ ਸਿੱਖਾਂ ਦੀ ਸਲਾਹ ਸੁਣੀ, ਸਨੇ ਸਨੇ ਆਗੇ ਪ੍ਰਸਥਾਨੇ। ਮਹਾਰਾਜ ਕਹਿੰਦੇ ਵੀ ਜੇ ਤੁਹਾਡੀ ਏਦਾਂ ਇੱਛਾ ਹੈ ਤੇ ਏਦਾਂ ਹੀ ਕਰ ਲੈਨੇ ਆ। ਸਤਿਗੁਰੂ ਸਾਹਿਬ ਜੀ ਫੇਰ ਕਾਹਲੀ ਨਹੀਂ ਕਰਦੇ, ਸਹਿਜੇ ਸਹਿਜੇ ਸਤਿਗੁਰੂ ਖਦਰਾਣੇ ਦੀ ਢਾਬ ਵੱਲ ਨੂੰ ਚੱਲ ਪਏ। ਹੁਣ ਸਿੱਖ ਕਹੈ ਨਿਕਟ ਹੀ ਆਏ। ਉਹਨੂੰ ਸਿੱਖ ਕਹੈ ਨਿਕਟ ਹੀ ਆਏ। ਫਿਰ ਸਿੱਖ ਕਹਿਣ ਲੱਗੇ ਵੀ ਮਹਾਰਾਜ ਜੀ ਉਹ ਜਿਹੜੇ ਵੈਰੀ ਹਨ ਉਹ ਪਿੱਛੇ ਸਾਡੇ ਨੇੜੇ ਹੀ ਆ ਗਏ ਨੇ, ਸਮਝ ਲਵੋ। ਜਿਹੜੇ ਸਿੱਖ ਖਬਰਦਾਰੀ ਰੱਖਣ ਵਾਲੇ ਸਨ, ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਸੀ ਵੀ ਤੁਸੀਂ ਧਿਆਨ ਰੱਖਣਾ ਹੈ ਵੀ ਦੁਸ਼ਮਣ ਕਿੱਥੇ ਹੈ, ਉਹ ਆ ਕੇ ਕਹਿੰਦੇ ਮਹਾਰਾਜ ਦੁਸ਼ਮਣ ਦਲ ਤਾਂ ਆਪਣੇ ਨੇੜੇ ਹੀ ਆ ਗਿਆ ਹੈ। ਖੋਜ ਤੋ ਰੰਗ ਨਵੀਨੋ ਪਾਏ। ਇੱਕ ਮੁਸ਼ਕਲ ਮਹਾਰਾਜ ਇਹ ਹੋਰ ਹੈ ਵੀ ਆਪਾਂ ਜਿਵੇਂ ਹੁਣੇ ਹੀ ਇੱਥੇ ਚੱਲ ਰਹੇ ਆ ਤੇ ਆਪਣੇ ਘੋੜਿਆਂ ਦੇ ਖੁਰਾ ਖੋਜ ਨਵਾਂ ਨਵਾਂ ਹੀ ਜਿਹੜਾ ਹੈ ਨਾ, ਇਹ ਵੈਰੀਆਂ ਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਪਾਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਹਨ। ਤਾਏ ਬਿਲੋਕੈ ਜਾਣੇ ਨੇਰੇ। ਮਹਾਰਾਜ ਉਹ ਦੌੜ ਦੌੜ ਕੇ ਵੇਖਣਗੇ ਵੀ ਇੱਧਰ ਘੋੜਿਆਂ ਦੇ ਪੈਰ ਲੱਗੇ ਐ ਵੀ ਇੱਧਰ ਨੂੰ ਮਹਾਰਾਜ ਗਏ ਨੇ। ਇਸ ਤਰ੍ਹਾਂ ਸਤਿਗੁਰੂ ਜੀ ਉਹ ਸਾਡੀ ਪੈੜ ਨੱਪਦਿਆਂ, ਸਾਡੇ ਘੋੜਿਆਂ ਦੇ ਨਿਸ਼ਾਨ ਵੇਖਦਿਆਂ ਹੋਇਆਂ ਸਾਡੇ ਨੇੜੇ ਆ ਜਾਣਗੇ। ਰਿਪ ਪ੍ਰਤ ਕਹਿਓ ਗੁਰੂ ਤਿਸ ਬੇਰੇ। ਜਦੋਂ ਇਹ ਸਿੰਘ ਨੇ ਕਿਹਾ ਨਾ ਵੀ ਸਤਿਗੁਰੂ ਜੀ ਉਹ ਤਾਂ ਫਿਰ ਸਾਡੇ ਨੇੜੇ ਹੀ ਆ ਜਾਣਗੇ ਤੇ ਫਿਰ ਆਪਾਂ ਕੀ ਕਰਾਂਗੇ। ਤਾਂ ਕਲਗੀਧਰ ਮਹਾਰਾਜ ਸਾਹਿਬ ਉਹ ਸਿੱਖ ਕੋਲੋਂ ਬਚਨ ਸੁਣ ਕੇ ਤੇ ਵੈਰੀਆਂ ਦੇ ਪ੍ਰਤੀ ਏਦਾਂ ਕਹਿਣ ਲੱਗੇ। ਹਰ ਤੁਰ ਕਨ ਕੀ ਆਂਖਨ ਘਟਾ। ਮਹਾਰਾਜ ਕਹਿੰਦੇ ਖਾਲਸਾ ਜੀ ਘਾਬਰੋ ਨਾ, ਇਹ ਜਿਹੜੇ ਮੂਰਖ, ਇਹ ਜਿਹੜੇ ਗਧੇ ਤੁਰਕ ਨੇ, ਇਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਹੀ ਪੈ ਜਾਵੇਗਾ, ਅੰਨੇ ਹੋ ਜਾਣਗੇ, ਇਹਨਾਂ ਨੂੰ ਦਿਖਾਂਗੇ ਨਹੀਂ ਆਪਾਂ। ਖੋਜ ਕਹੈ ਨੈ ਮੁਖ ਵਿੱਚ ਡਟਾ। ਪਾਤਸ਼ਾਹ ਜੀ ਕਹਿੰਦੇ ਵੀ ਇਹਨਾਂ ਨੂੰ ਸਾਡਾ ਖੋਜ ਕੀ ਪ੍ਰਾਪਤ ਹੋਣਾ ਹੈ। ਜਿਹੜੇ ਖੋਜ ਕਹਿਣ ਵਾਲੇ ਹੁੰਦੇ ਨੇ ਨਾ, ਜਿਹੜੇ ਨਿਸ਼ਾਨੀਆਂ ਦੱਸਣ ਵਾਲੇ ਹੁੰਦੇ ਨੇ ਵੀ ਇੱਧਰ ਨੂੰ ਗਏ ਆ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਆਪਣੇ ਸਰਦਾਰਾਂ ਨੂੰ ਖੋਜ ਹੀ ਨਹੀਂ ਕਹਿ ਸਕਣਗੇ। ਉਹਨਾਂ ਦੇ ਮੂੰਹ ਦੇ ਵਿੱਚ ਹੀ ਡੱਟਾ, ਉਹਨਾਂ ਦੇ ਮੂੰਹ ਦੇ ਵਿੱਚ ਹੀ ਐਸੀ ਮਾਰ ਪੈ ਜਾਵੇਗੀ, ਡੱਟਾ ਪੈ ਜਾਵੇਗਾ। ਹੋਏ ਮਤਵਾਰੀ ਤਰ ਤਰ ਤਕੈ। ਤੇ ਪਾਗਲ ਜੇ ਹੋ ਕੇ ਸਤਿਗੁਰੂ ਕਹਿੰਦੇ ਝੱਲੇ ਜੇ ਹੋ ਕਰਕੇ ਉਹ ਹੇਠਾਂ ਹੀ ਹੇਠਾਂ ਤੱਕੀ ਜਾਣਗੇ, ਵੇਖੀ ਜਾਣਗੇ, ਪਰ ਪਤਾ ਕੁਝ ਨਹੀਂ ਉਹਨਾਂ ਨੂੰ ਲੱਗੇਗਾ। ਨਿਕਟ ਹੋਏ ਵੀ ਵੇਖ ਨਾ ਸਕੈ। ਪਾਤਸ਼ਾਹ ਕਹਿੰਦੇ ਭਾਵੇਂ ਉਹ ਆਪਣੇ ਬਿਲਕੁਲ ਵੈਰੀ ਨੇੜੇ ਵੀ ਆ ਜਾਣ, ਸਿੰਘੋ ਘਾਬਰੋ ਨਾ, ਉਹ ਨੇੜੇ ਆ ਕੇ ਵੀ ਸਾਨੂੰ ਵੇਖ ਨਹੀਂ ਸਕਣਗੇ। ਇਹ ਬਚਨ ਕਲਗੀਧਰ ਸਾਹਿਬ ਨੇ ਕਹੇ। ਖਾਲਸਾ ਪੁਰਾਣੇ ਸਮਿਆਂ ਤੋਂ ਇਦਾਂ ਬਚਨ ਪੜ੍ਹਦਾ ਆ ਰਿਹਾ, ਥੋੜੇ ਥੋੜੇ ਫਰਕ ਦੇ ਨਾਲ ਕਈ ਗ੍ਰੰਥਾਂ ਦੇ ਵਿੱਚ ਲਿਖੇ ਹਨ। ਜਿਵੇਂ ਆਮ ਕਰਕੇ ਦਲਾਂ ਪੰਥਾਂ ਦੇ ਵਿੱਚ ਇਹ ਪੜ੍ਹਿਆ ਜਾਂਦਾ ਹੁੰਦਾ ਸੀ, ਅੱਖੀ ਘਟਾ, ਮੂੰਹ ਵਿੱਚ ਡੱਕਾ, ਬਿੜ ਤੱਕੇ ਬੋਲ ਨਾ ਸਕੇ, ਮਾਰਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿ ਸਾਹਿਬ ਜੀ ਨੇ ਧੱਕਾ। ਏਦਾਂ ਜਦੋਂ ਕਦੇ ਦੁਸ਼ਮਣ ਚੜ ਕੇ ਆ ਜਾਣਾ ਜਾਂ ਨੇੜੇ ਆ ਜਾਣਾ ਤੇ ਇਹ ਉਸ ਵੇਲੇ ਅਰਦਾਸ ਰੂਪ ਦੇ ਵਿੱਚ ਪੜ੍ਹਦੇ ਹੁੰਦੇ ਸਨ। ਜਾਂ ਹੋਰ ਸਾਖੀਆਂ ਵਾਲੀਆਂ ਪੋਥੀਆਂ 'ਚ ਵੀ ਏਦਾਂ ਲਿਖਿਆ ਵੀ ਅੱਖੀ ਘਟਾ, ਮੁਖ ਦੱਟਾ, ਤਰ ਤਰ ਤੱਕੇ ਵੇਖ ਨਾ ਸਕੇ। ਇਸ ਢੰਗ ਦੇ ਨਾਲ ਸਾਧ ਸੰਗਤ ਜੀ ਮੁਹਾਵਰਾ ਹੀ ਇੱਕ ਹਿਸਾਬ ਦਾ ਬਣ ਗਿਆ, ਸਿੰਘਾਂ ਦੀ ਅਰਦਾਸ ਬਣ ਗਈ। ਅੱਖੀ ਘਟਾ, ਮੂੰਹ ਵਿੱਚ ਡੱਟਾ, ਬਿਰ ਤੱਕੇ ਬੋਲ ਨਾ ਸਕੇ। ਇਹ ਥੋੜੇ ਥੋੜੇ ਫਰਕ ਦੇ ਨਾਲ ਇੱਕੋ ਢੰਗ ਦੇ ਵਜਨ ਆਉਂਦੇ ਨੇ। ਭਾਵ ਜਿਨ੍ਹਾਂ ਦਾ ਇਹੀ ਹੈ, ਸਤਿਗੁਰੂ ਕਹਿੰਦੇ ਇਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਦਾਂਗੇ। ਇਹ ਵੇਖਣਗੇ ਜ਼ਰੂਰ ਵੀ ਐਨੂੰ ਗਏ ਨੇ, ਪਰ ਵੇਖਣ ਵਾਲੇ ਆਪਣੇ ਸਰਦਾਰਾਂ ਨੂੰ ਦੱਸ ਹੀ ਨਹੀਂ ਸਕਣਗੇ। ਉਹ ਕਹਿਣਾ ਚਾਹਣਗੇ ਪਰ ਕਿਹਾ ਨਹੀਂ ਜਾਊਗਾ। ਤੱਕੀ ਜਾਣਗੇ ਕਮਲਿਆਂ ਦੇ ਵਾਂਗ ਤੇ ਨੇੜੇ ਵੀ ਜੇ ਆ ਜਾਣਗੇ, ਸਾਹਿਬ ਜੀ ਕਹਿੰਦੇ ਉਹ ਤੁਹਾਨੂੰ ਵੇਖ ਹੀ ਨਹੀਂ ਸਕਣਗੇ ਵੀ ਸਿੰਘ ਨੇੜੇ ਆਏ ਹਨ।
ਇਮ ਕਹਿ ਖਿਦਰਾਣੇ ਲਗ ਗਏ। ਏਦਾਂ ਮਹਾਰਾਜ ਸਾਹਿਬ ਜੀ ਕਹਿ ਕੇ ਤੇ ਖਦਰਾਣੇ ਦੀ ਢਾਬ ਜਿੱਥੇ ਹੁਣ ਮੁਕਤਸਰ ਸਾਹਿਬ ਸਰੋਵਰ ਹੈ ਉੱਥੋਂ ਤਾਈਂ ਪਹੁੰਚ ਗਏ। ਨੇਰ ਤੁਰਕ ਭੀ ਕਰਤੇ ਭਏ। ਇਧਰ ਮਗਰੋਂ ਤੁਰਕ ਵੀ ਮਾਰੋ ਮਾਰ ਵਾਹੋਦਾਈ ਕਰਦੇ ਹੋਏ ਮਹਾਰਾਜ ਦੇ ਦਲ ਦਾ ਨੇੜਾ ਕਰਦੇ ਆ ਰਹੇ ਨੇ। ਮਦਰ ਦੇਸ਼ ਕੀ ਸੰਗਤ ਜੋਈ। ਇਧਰੋਂ ਸਾਧ ਸੰਗਤ ਸਤਿਗੁਰੂ ਖਦਰਾਣੇ ਦੀ ਢਾਬ ਤੇ ਪਹੁੰਚੇ ਨੇ ਤੇ ਮਹਾਰਾਜ ਜੀ ਦੇ ਪਹੁੰਚਣ ਦੇ ਨਾਲ ਹੀ ਜੋ ਮਾਝੇ ਦੇਸ਼ ਦੀ ਸੰਗਤ ਜਿਨ੍ਹਾਂ ਦੇ ਨੰਬਰਦਾਰਾਂ ਪੈਂਚਾਂ ਦੇ ਆਗੂਆਂ ਦੇ ਲੀਡਰਾਂ ਦੇ ਕਹਿਣ ਤੇ ਬਦਾਵਾ ਲਿਖ ਦਿੱਤਾ। ਲਿਖਤ ਬੇਦਾਵਾ ਗਮਨੀ ਸੋਈ। ਉਹ ਬਦਾਵਾ ਲਿਖ ਕੇ ਤੇ ਜਦੋਂ ਉੱਥੋਂ ਹੀ ਪਿਛਾਂਹ ਮੁੜਨ ਲੱਗੇ ਰਾਮੇ ਆਣੇ ਤੋਂ ਥੋੜਾ ਅੱਗੇ ਆ ਕੇ ਤਿੰਨ ਮੈਂ ਪੰਚ ਸਿੱਖ ਮਤਵੰਤੇ। ਉਹਨਾਂ ਸਾਰਿਆਂ ਦੇ ਵਿੱਚੋਂ ਪਹਿਲਾਂ 5 ਸਿੱਖ ਜਿਹੜੇ ਸਨ ਬਹੁਤ ਸਿਆਣੇ ਮੱਤ ਵਾਲੇ, ਭਾਈ ਮਾਨ ਸਿੰਘ, ਭਾਈ ਰਾਏ ਸਿੰਘ ਵਰਗੇ, ਮਾਈ ਭਾਗਪੁਰ ਵਰਗੇ ਪਹਿਲਾਂ ਜਿਹੜੇ 5 ਸਿੱਖ ਸਨ। ਸਬਨ ਤਿਕਾਰ ਹਟੇ ਬਲਵੰਤੇ। ਇਹਨਾਂ ਸਾਰਿਆਂ ਨੇ ਜਦੋਂ ਪਛਾਣ ਨੂੰ ਮੁੜਨ ਲੱਗੇ ਮਾਝੇ ਦੇ ਬਦਾਵਾ ਲੈ ਕੇ ਤੇ ਪਹਿਲਾਂ 5 ਸਿੱਖ ਕਵੀ ਜੀ ਕਹਿੰਦੇ ਨਿੱਤਰ ਭਾਈ ਮਾਨ ਸਿੰਘ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਬੋਲੇ, ਕਹਿਣ ਲੱਗੇ ਉਹ ਪੈਂਚੋ ਨੰਬਰਦਾਰੋ ਤੁਹਾਨੂੰ ਲਾਹਨਤ ਹੈ। ਕਹਿੰਦੇ ਆਪ ਵੀ ਸਿੱਖੀ ਤੋਂ ਖਾਰਜ ਹੋ ਕੇ ਤੇ ਆਪਣਾ ਇਲਾਕਾ ਵੀ ਸਿੱਖੀ ਤੋਂ ਖਾਰਜ ਕਰਾਏ, ਉਹ ਤੁਹਾਨੂੰ ਦੁਸ਼ਟੋ ਲਾਹਨਤ ਹੈ। ਕਹਿਣ ਲੱਗੇ ਸਭ ਦੇਸ਼ ਡਬੋਇਓ। ਆ ਇਸ ਤਰ੍ਹਾਂ ਸਾਧ ਸੰਗਤ 5 ਸਿੰਘ ਜਿਹੜੇ ਵੀਰਾਂ ਚ ਆ ਗਏ, ਸਿੱਧੇ ਹੋ ਗਏ ਮਾਝੇ ਦੇ, ਕਹਿਣ ਲੱਗੇ ਤੁਸੀਂ ਦੁਸ਼ਟੋ ਅਸੀਂ ਤੁਹਾਡੇ ਪਿੱਛੇ ਲੱਗੇ ਵੀ ਤੁਸੀਂ ਸਿਆਣੇ ਹੋਵੋਗੇ ਵੀ ਪਿੰਡਾਂ ਦੇ ਮੁਖੀ ਹੋ, ਆਪ ਤਾਂ ਗਰਕ ਹੋਈ ਉਹ ਸਾਰਾ ਮਾਝਾ ਹੀ ਜਿਹੜਾ ਹੈ ਉਹ ਬੇਮੁਖ ਕਰਾ ਦਿੱਤਾ, ਸਾਰਿਆਂ ਨੂੰ ਡੁਬੋ ਛੱਡਿਆ। ਲੋਕ ਪਰਲੋਕ ਸਗਲ ਹੀ ਖੋਇਓ। ਆਪਣਾ ਲੋਕ ਵੀ ਤੇ ਪਰਲੋਕ ਸਾਰਾ ਕੁਝ ਹੀ ਤੁਸੀਂ ਗਵਾ ਲਿਆ। ਹਮ ਤੋ ਗੁਰ ਹਿਤ ਦਹਿ ਪ੍ਰਾਣ। ਪਰ ਕਹਿੰਦੇ ਜਾਓ ਜਿੱਥੇ ਤੁਸੀਂ ਮਰਨਾ ਜਾ ਕੇ ਮਰੋ, ਅਸੀਂ ਨਹੀਂ ਜਾਂਦੇ ਮੁੜ ਕੇ, ਅਸੀਂ ਤਾਂ ਆਪਣੇ ਕਲਗੀਧਰ ਮਹਾਰਾਜ ਵਾਸਤੇ ਪ੍ਰਾਣ ਦਵਾਂਗੇ। ਸਾਡੇ ਪਾਤਸ਼ਾਹ ਦੀ ਬਾਣੀ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਇਹ ਭਾਈ ਮਾਨ ਸਿੰਘ ਵਰਗੇ ਜਿਹੜੇ 5 ਸਿੰਘ ਇਹਨਾਂ ਨੇ ਲਲਕਾਰਿਆ ਸਾਰੀ ਸੰਗਤ ਨੂੰ, ਮਾਝੇ ਦੇ ਜਿਹੜੇ ਮੁਖੀਆਂ ਨੂੰ ਵੀ ਤੁਸੀਂ ਡੁੱਬਣਾ ਹੈ, ਜਿੱਥੇ ਮਰਨਾ ਮਰੋ, ਪਰ ਅਸੀਂ ਆਪਣੇ ਪ੍ਰਾਣ ਆਪਣੇ ਗੁਰੂ ਸਾਹਿਬ ਤੋਂ ਵਾਰ ਦੇਾਂਗੇ। ਵਿੱਚ ਸੰਗਰਾਮ ਕਰੇ ਅਰਹਾਨ। ਵਿੱਚ ਸੰਗਰਾਮ ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਦੀ ਹਾਨੀ ਕਰਾਂਗੇ, ਕਿਉਂਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਇਦਾਂ ਦੇ ਬਚਨ ਪੜ੍ਹ ਕੇ ਸੁਣਾਏ ਭਾਈ ਮਾਨ ਸਿੰਘ ਆਦਿ ਗੁਰਸਿੱਖਾਂ ਨੇ ਵੀ ਅਸੀਂ ਤਾਂ ਜੰਗ ਦੇ ਮੈਦਾਨ ਦੇ ਵਿੱਚ, ਜਿੱਥੇ ਜੰਗ ਦਾ ਮੈਦਾਨ ਅਖਾੜਾ ਰਚੇਗਾ, ਤੁਰਕਾਂ ਨੂੰ ਮਾਰ ਕੇ ਸ਼ਹੀਦੀਆਂ ਪਾਵਾਂਗੇ। ਤੁਰਕ ਹਜ਼ਾਰੋਂ ਗੁਰ ਕੇ ਗਿਰਦ। ਆ ਵੇਖੋ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਆਲੇ ਦੁਆਲੇ ਹਜ਼ਾਰਾਂ ਹੀ ਤੁਰਕ ਘੇਰਾ ਪਾਈ ਬੈਠੇ ਹਨ। ਕੋ ਇਸ ਸਮੇਂ ਤਜੈ ਹੋਏ ਮਰਦ। ਇਹਦੇ ਇਹੋ ਜਿਹਾ ਕਿਹੜਾ ਮਰਦ ਹੁੰਦਾ ਏ ਜਿਹੜਾ ਇਸ ਸਮੇਂ ਦੇ ਵਿੱਚ ਕਹਿੰਦੇ ਵੀ ਆਪਣੇ ਪਾਤਸ਼ਾਹ ਨੂੰ ਛੱਡ ਕੇ ਚਲਿਆ ਜਾਵੇ। ਉਹ ਮਰਦ ਨਹੀਂ ਹੁੰਦਾ ਜਿਹੜਾ ਆਪਣੇ ਗੁਰੂ ਸਾਹਿਬ ਤੋਂ ਬੇਮੁਖ ਹੋ ਜਾਵੇ। ਏਤੀ ਭੀੜ ਗੁਰੂ ਪਰ ਪਰੇ। ਕਲਗੀਧਰ ਮਹਾਰਾਜ ਤੇ ਕਹਿਣ ਲੱਗੇ ਵੀ ਇੰਨੀ ਭੀੜ ਪਈ ਹੈ, ਇੰਨੀ ਮਹਾਰਾਜ ਸਾਹਿਬ ਤੇ ਮੁਸ਼ਕਲ ਪਈ ਆ। ਉਹ ਮਰਦ ਨਹੀਂ ਹੁੰਦੇ ਜਿਹੜੇ ਗੁਰੂ ਸਾਹਿਬ ਜੀ ਨੂੰ ਇਸ ਸਮੇਂ ਦੇ ਵਿੱਚ ਛੱਡ ਕੇ ਬੇਮੁਖ ਹੋ ਜਾਣ। ਕਿਹੜਾ ਕੋਈ ਸਿੱਖ ਹੋਵੇਗਾ, ਕਹਿੰਦੇ ਜਿਹੜਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਆਈ ਹੋਵੇ ਫੌਜ ਤੇ ਮਹਾਰਾਜ ਤੋਂ ਬੇਮੁਖ ਹੋ ਕੇ ਤੇ ਆਖੇ ਮੈਂ ਘਰੀ ਸੁਖੀ ਵਸਣਾ ਜਾ ਕੇ। ਹੈ ਸਦ ਹੈ ਫਤ ਜੈ ਇਸ ਘਰੇ। ਇਸ ਪਰ ਹਾਂਜੀ ਹੈ ਸਦ ਹੈ ਫਤ ਜੈ ਇਸ ਘਰੇ। ਭਾਈ ਮਾਨ ਸਿੰਘ ਆਲੇ ਕਹਿਣ ਲੱਗੇ ਵੀ ਉਹਨਾਂ ਨੂੰ ਸੈਂਕੜੇ ਵਾਰ ਹੀ ਲਾਹਨਤ ਹੈ ਇਸ ਸਮੇਂ ਜਿਹੜਾ ਆਪਣੇ ਗੁਰੂ ਦਾ ਸਾਥ ਛੱਡ ਕੇ ਜਾਵੇਗਾ। ਜੀਵਨ ਪਾਏ ਕਰਾਂਗੇ ਕਹਾਂ। ਉਹ ਆਪਣੀ ਜ਼ਿੰਦਗੀ ਬਚਾ ਕੇ ਘਰਾਂ ਦੇ ਵਿੱਚ ਬਹਿ ਗਏ, ਅਸੀਂ ਕੀ ਕਰਨਾ ਹੈ ਇੱਥੇ ਜੇ ਬੇਮੁਖੀ ਹੋ ਗਏ, ਜੇ ਗੁਰੂ ਨਾਨਕ ਦੀ ਸਿੱਖੀ ਨਾ ਰਹੀ ਸਾਡੇ ਕੋਲ। ਜੇ ਪ੍ਰਭ ਕਾਜ ਨ ਐਹ ਅਹਾਂ। ਜੇ ਇੱਥੇ ਅਸੀਂ ਗੁਰੂ ਮਹਾਰਾਜ ਦੇ ਕਾਰਜ ਹੀ ਨਾ ਆ ਸਕੇ,
ਕਲਗੀਧਰ ਮਹਾਰਾਜ ਦੀ ਸੇਵਾ ਹੀ ਨਾ ਕਰ ਸਕੇ ਤੇ ਸਾਡੀ ਜ਼ਿੰਦਗੀ ਨੂੰ, ਤੁਹਾਡੀ ਜ਼ਿੰਦਗੀ ਨੂੰ ਲਾਹਣਤ ਹੈ। ਅੰਤ ਸਮਾ ਸਭ ਕੇ ਸਿਰ ਖਰਾ। ਆਏ ਪੰਜੇ ਸਿੰਘ ਕਹਿਣ ਲੱਗੇ ਵੀ ਅੰਤ ਸਮਾਂ ਤੇ ਸਾਰਿਆਂ ਦੇ ਸਿਰ ਤੇ ਆਉਣਾ, ਮੌਤ ਤਾਂ ਸਾਰਿਆਂ ਸਿਰ ਤੇ ਖਲੋਤੀ ਆ ਕੇ। ਕਾਇਰ ਸੂਰਨਾ ਕਿਸਤੇ ਟਰਾ। ਭਾਵੇਂ ਕੋਈ ਕਾਇਰ ਬਣ ਕੇ ਭੱਜ ਜਾਵੇ ਤੇ ਭਾਵੇਂ ਕੋਈ ਸੂਰਮਾ ਬਣ ਕੇ ਅੜ ਜਾਵੇ, ਕਹਿੰਦੇ ਲੜ ਮਰਨਾ ਤੇ ਦੋਵਾਂ ਨਹੀਂ ਹੈ। ਮੌਤ ਤਾਂ ਕਾਇਰ ਨੂੰ ਵੀ ਆ ਜਾਵੇਗੀ ਤੇ ਮੌਤ ਸੂਰਮੇ ਨੂੰ ਵੀ ਆ ਜਾਵੇਗੀ। ਜੀਵਨ ਮਰਨ ਧਨ ਤਿਨ ਕੇਰਾ। ਪਰ ਉਹਨਾਂ ਦਾ ਕਹਿੰਦੇ ਜਿਉਣਾ ਵੀ ਧਨ ਹੋ ਜਾਏਗਾ, ਉਹਨਾਂ ਦਾ ਮਰਨਾ ਵੀ ਧਨ ਧਨ ਹੋ ਜਾਏਗਾ, ਸਫਲ ਹੋ ਜਾਵੇਗਾ। ਜਿਨ ਗੁਰ ਸੇਵ ਕਰੀ ਇਸ ਬੇਰਾ। ਜਿਨ੍ਹਾਂ ਨੇ ਇਸ ਸਮੇਂ ਗੁਰੂ ਸਾਹਿਬ ਦੀ ਸੇਵਾ ਕਰ ਲਈ, ਕਿਉਂਕਿ ਕਲਗੀਧਰ ਸਾਹਿਬ ਦਾ ਬਚਨ ਹੈ, ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਦੇਹ ਅਨਿਤ ਨਾ ਨਿਤ ਰਹੈ, ਜਸ ਨਾਮ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਜਿਆਰੈ। ਗਿਆਨੈ ਕੀ ਬੜਨੀ ਮਨੋ ਹਾਥ ਲੈ ਕਾਤ ਰਤਾ ਕੁਤਵਾਰ ਬਹਾਰੈ। ਕਹਿੰਦੇ ਧਨ ਜੀਓ ਤੇ ਕੋ ਜਗ ਮੈਂ। ਭਾਈ ਮਾਨ ਸਿੰਘ ਜੀ ਹੋਰ ਗੁਰਸਿੱਖ ਕਹਿਣ ਲੱਗੇ ਉਹਨਾਂ ਦਾ ਜਿਉਣਾ ਵੀ ਤੇ ਉਹਨਾਂ ਦਾ ਮਰਨਾ ਵੀ ਧਨ ਧਨ ਹੈ, ਜਿਹੜਾ ਗੁਰੂ ਤੋਂ ਕੁਰਬਾਨ ਹੁੰਦਾ ਏ। ਜੀਤ ਆਨੰਦ ਅੰਮ੍ਰਿਤ ਨਰਕ ਸਹੇਰਾ। ਤੇ ਜਿਹੜਾ ਕਹਿੰਦੇ ਵੀ ਸੂਰਮਿਆਂ ਦੀ ਮੌਤ, ਯੋਧਿਆਂ ਦੀ ਮੌਤ, ਮਰਨ ਤੋਂ ਆਪਣੇ ਆਪ ਨੂੰ ਬਚਾਉਂਦਾ ਹੋਵੇ ਕਿ ਮੈਂ ਜਿਉਂਦਾ ਰਵਾਂ, ਕਹਿੰਦੇ ਵੀ ਉਹਦਾ ਜਿਉਣਾ ਕਾਹਦਾ ਏ। ਉਹ ਸਾਰੀ ਉਮਰ ਜੀਅਤ ਨਿੰਦ, ਸਾਰੀ ਉਮਰ ਉਹਦੀ ਨਿੰਦਾ ਹੁੰਦੀ ਹੈ ਵੀ ਇਹ ਬੇਮੁਖ ਹੋਇਆ ਸੀ, ਇਹ ਭਗੌੜਾ ਹੋ ਗਿਆ ਸੀ, ਇਹਨੇ ਪਿੱਠ ਵਿਖਾਈ ਹੈ। ਅਤੇ ਮਰਨ ਤੋਂ ਬਾਅਦ ਵੀ ਉਹ ਨਰਕਾਂ 'ਚ ਜਾਂਦਾ ਏ। ਕਰਮ ਕਮਾਇਓ ਤੁਮ ਇਸ ਬੇਰਾ। ਜਿਹੜਾ ਕਰਮ ਤੁਸੀਂ ਕਮਾਇਆ ਹੈ ਨਾ, ਇਹ ਤੁਹਾਡਾ ਕਰਮ ਹੈ ਵੀ ਸਾਰੀ ਉਮਰ ਵੀ ਤੁਹਾਨੂੰ ਲਾਹਣਤਾਂ ਪੈਣਗੀਆਂ ਤੇ ਮਰਨ ਤੋਂ ਬਾਅਦ ਵੀ ਤੁਸੀਂ ਨਰਕਾਂ 'ਚ ਜਾਓਗੇ। ਸਿੱਖ ਪੰਚਨ ਤੇ ਸੁਨ ਕਰ ਕਾਨ। ਜਦੋਂ ਪੰਜਾਂ ਸਿੰਘਾਂ ਨੇ ਏਦਾਂ ਲਾਹਣਤ ਪਾਈ ਮਾਝੇ ਦੇ ਲੋਕਾਂ ਨੂੰ, ਭਇਓ ਸਿਦਕ ਕੇ ਤਕ ਕਹਿ ਆਨ। ਕਹਿੰਦੇ ਬਹੁਤੇ ਕਈ ਸਿਦਕੀ ਸਿੱਖ ਉਹਨਾਂ ਦੇ ਵਿੱਚ ਸਨ, ਜਿਹੜੇ ਪੰਚਾਇਤਾਂ ਦੇ ਪਿੱਛੇ ਲੱਗ ਕੇ ਬੇਮੁਖ ਹੋਏ ਸੀ। ਉਹਨਾਂ ਦੇ ਅੰਦਰ ਮਹਾਰਾਜ ਦਾ ਪ੍ਰੇਮ ਜਿਹੜਾ ਸੀ ਉਹ ਛਾਲੇ ਮਾਰ ਗਿਆ, ਸਿਦਕ ਜਾਗ ਪਿਆ। ਤਿੰਨ ਕੋ ਸ਼ੋਰ ਇਤਹੇ ਸੇ ਮਿਲੇ। ਉਹ ਪੰਜ ਸਿੱਖ ਪਹਿਲਾ ਨਿਤਰੇ ਤੇ ਬਾਕੀ ਜਿਹੜੇ ਕੋਈ ਸੰਗਤ ਸੀ, ਜਿਹੜੇ ਕੋਈ ਪੈਜ ਨੰਬਰਦਾਰ ਸਨ, ਉਹਨਾਂ ਦੇ ਵਿੱਚੋਂ ਸਿਦਕੀ ਸਿੱਖ ਹੋਰ ਵੀ ਕਈ ਨਿਕਲ ਕੇ ਪੰਜਾਂ ਦੇ ਨਾਲ ਰਲ ਕੇ ਕਹਿੰਦੇ ਜੇ ਤੁਸੀਂ ਲੜੋ ਮਰੋਗੇ, ਅਸੀਂ ਵੀ ਗੁਰੂ ਵਾਸਤੇ ਹੀ ਲੜ ਮਰ ਕੇ ਇੱਥੇ ਕੁਰਬਾਨ ਹੋਵਾਂਗੇ। ਤਜਨ ਗੁਰੂ ਕੋ ਅਬਨੈ ਭਲੇ। ਕਿਉਂਕਿ ਇਹ ਜਿਹੜਾ ਸਮਾਂ ਹੈ ਹੁਣ ਗੁਰੂ ਸਾਹਿਬ ਨੂੰ ਛੱਡਣਾ ਹੈ, ਗੁਰੂ ਨੂੰ ਤਜਣਾ, ਗੁਰਾਂ ਤੋਂ ਬੇਮੁਖ ਹੋਣਾ ਇਹ ਚੰਗਾ ਨਹੀਂ ਹੈ। ਜੰਗ ਦੇ ਸਮੇਂ ਦੇ ਵਿੱਚ ਗੁਰੂ ਸਾਹਿਬ ਦੀ ਸੇਵਾ ਕਰਨੀ ਚਾਹੀਏ। ਬਰਖੇ ਹਜ਼ਾਰੋਂ ਨਰਕ ਸਹੇਰਿਓ। ਕਹਿੰਦੇ ਅਸੀਂ ਤਾਂ ਐਵੇਂ ਇਹਨਾਂ ਮੁਖੀਆਂ ਦੇ ਮਗਰ ਲੱਗ ਕੇ ਹਜ਼ਾਰਾਂ ਵਰੇ ਨਰਕ ਸਹੇੜ ਬੈਠੇ ਵੀ ਇਹ ਜਿਹੜਾ ਲਿਖਿਆ ਹੈ ਨਾ ਕਾਗਜ਼ ਤੇ ਅਸੀਂ ਸਿੱਖ ਨਹੀਂ ਤੁਹਾਡੇ, ਇਹਦੇ ਬਦਲੇ ਸਾਨੂੰ ਹਜ਼ਾਰਾਂ ਵਰੇ ਨਰਕਾਂ 'ਚ ਰਹਿਣਾ ਪੈਣਾ ਸੀ। ਰਣ ਤੇ ਡਰ ਗੁਰ ਤੇ ਮੁਖ ਫੇਰਿਓ। ਕਹਿੰਦੇ ਸਾਨੂੰ ਤਰਕਾਰ ਹੈ ਭਾਈ, ਅਸੀਂ ਇਹਨਾਂ ਕਾਇਰਾਂ ਦੇ ਪਿੱਛੇ ਲੱਗ ਕੇ ਜੰਗ ਤੋਂ ਡਰ ਕੇ ਗੁਰੂ ਤੋਂ ਮੂੰਹ ਮੋੜ ਲਿਆ। ਏਕ ਘੜੀ ਕੋ ਸੰਕਟ ਨਿਕੋ। ਆ ਇੱਕ ਘੜੀ ਦਾ ਕਹਿੰਦੇ ਜੰਗ ਦੇ ਵਿੱਚ ਸ਼ਹੀਦੀ ਪਾਉਣ ਲੱਗਿਆ ਜਿਹੜਾ ਕੋਈ ਸਰੀਰ ਨੂੰ ਕਸ਼ਟ ਹੁੰਦਾ ਹੈ ਨਾ, ਇੱਕ ਘੜੀ ਦਾ ਕਹਿੰਦੇ ਦੁੱਖ ਚੰਗਾ ਹੈ। ਲੱਖੋਂ ਬਰਖ ਸਦਾ ਸੁਖ ਜੀ ਕੋ। ਪਰ ਫਿਰ ਲੱਖਾਂ ਹੀ ਵਰੇ ਕਈ ਜੁਗਾਂ ਤੀਕਰ ਸਦਾ ਸੁਖ ਰਹੇਗਾ, ਸਦਾ ਆਨੰਦ ਰਹੇਗਾ, ਸ਼ਹੀਦਾਂ ਦੀ ਪਦਵੀ ਪ੍ਰਾਪਤ ਹੋਵੇਗੀ। ਹਮ ਗਾਡੇ ਹੋਏ ਠਾਡੇ ਅਰੈ। ਅਸੀਂ ਕਹਿੰਦੇ ਤਗੜੇ ਹੋ ਕੇ ਪੈਰ ਜਮਾ ਕੇ ਵੈਰੀਆਂ ਦੇ ਅੱਗੇ ਅੜ ਜਾਵਾਂਗੇ। ਹੁਣ ਰਿਪਸੋਂ ਰਨ ਕਰ ਮਾਰੇ ਮਰੈ। ਵੈਰੀਆਂ ਦੇ ਨਾਲ ਜੰਗ ਕਰਦਿਆਂ ਵੈਰੀਆਂ ਨੂੰ ਮਾਰਾਂਗੇ ਤੇ ਜਾਂ ਆਪ ਮਰ ਜਾਾਂਗੇ, ਸ਼ਹੀਦੀਆਂ ਪਾ ਜਾਵਾਂਗੇ। ਗੁਰ ਲਗ ਤੁਰਕ ਜਾਨ ਨਹਿ ਦਹਿ। ਕਹਿੰਦੇ ਜਿੰਨਾ ਚਿਰ ਸਾਡੇ ਸਾਹ ਪ੍ਰਾਣ ਹਨ, ਗੁਰੂ ਕਲਗੀਧਰ ਮਹਾਰਾਜ ਦੇ ਨੇੜੇ ਵੀ ਤੁਰਕਾਂ ਨੂੰ ਨਹੀਂ ਜਾਣ ਦਵਾਂਗੇ। ਜਪ ਲਗ ਤਨ ਮੈਂ ਪ੍ਰਾਨ ਰਹਿ। ਜਿੰਨਾ ਚਿਰ ਤੀਕਰ ਆਖਰੀ ਸਾਹ ਚੱਲਦਾ ਏ ਵੈਰੀਆਂ ਨਾਲ ਲੜਾਂਗੇ। ਐਸਾ ਸਿੰਘਾਂ 'ਚ ਜੋਸ਼ ਆਇਆ ਜਿਨ੍ਹਾਂ ਨੇ ਮਾਝੇ ਨੂੰ ਬਚਾ ਲਿਆ।
ਕਹਿੰਦੇ ਆਖਰੀ ਸਾਹਾਂ ਤੀਕਰ ਲੜਾਂਗੇ ਤੇ ਗੁਰੂ ਸਾਹਿਬ ਤੀਕਰ ਵੈਰੀਆਂ ਨੂੰ ਨਹੀਂ ਜਾਣ ਦਵਾਂਗੇ। ਨਹਿ ਬੱਟਾ ਸਿੱਖੀ ਕਉ ਲਾਵੈ, ਤੇ ਨਾ ਹੀ ਅਸੀਂ ਆਪਣੇ ਜਿਉਂਦੇ ਜੀ ਸਿੱਖੀ ਨੂੰ ਵੱਟਾ ਨਹੀਂ ਹੁਣ ਲਾਵਾਂਗੇ। ਤੁਸੀਂ ਤੇ ਕਲੰਕ ਲਾ ਲਿਆ, ਤੁਸੀਂ ਤੇ ਲਾਹਣਤਾਂ ਖੱਟੀਆਂ, ਅਸੀਂ ਵੀ ਤੁਹਾਡੇ ਪਿੱਛੇ ਲੱਗ ਗਏ, ਪਰ ਹੁਣ ਸਿੱਖੀ ਨੂੰ ਵੱਟਾ ਨਹੀਂ, ਦਾਗ ਨਹੀਂ ਲਾਵਾਂਗੇ। ਨਹੀਂ ਆਪਨੋ ਧਰਮ ਗਵਾਵੈ, ਆਪਣਾ ਧਰਮ ਨਹੀਂ ਗਵਾਵਾਂਗੇ, ਮਾਝੇ ਨੂੰ ਬੇਮੁਖ ਨਹੀਂ ਹੋਣ ਦਵਾਂਗੇ। ਹਮ ਤੋ ਪ੍ਰਣ ਧਾਰਿਓ ਅਬ ਐਸੇ, ਇਸ ਤਰ੍ਹਾਂ ਉਹ ਜਿਹੜੇ ਸਿੰਘ ਇਕੱਠੇ ਹੋ ਗਏ, ਜਿਹੜੇ ਕੁਝ ਰਹਿ ਗਏ ਸਨ, ਉਹਨਾਂ ਤੋਂ ਜ਼ਿਆਦਾ ਮੁਖੀ ਸਨ ਪਿੰਡਾਂ ਦੇ, ਉਹ ਸਿੰਘ ਕਹਿਣ ਲੱਗੇ ਵੀ ਹੁਣ ਤਾਂ ਅਸੀਂ ਇਸ ਤਰ੍ਹਾਂ ਪਰਪੱਕ ਹੋ ਗਏ ਹਾਂ ਵੀ ਆਪਣਾ ਪ੍ਰਾਣ ਜਿਹੜਾ ਹੈ ਨਾ, ਅਸੀਂ ਇਹ ਕਰ ਲਿਆ ਫਰਜ਼ ਵੀ ਆਪਣਾ ਆਪ ਕੁਰਬਾਨ ਕਰ ਦਿਆਂਗੇ, ਰੋਮ ਰੋਮ ਵੀ ਮਹਾਰਾਜ ਤੋਂ ਕੁਰਬਾਨ ਕਰ ਦਿਆਂਗੇ। ਅਪਰ ਕਰੋ ਜਿਨ ਕੇ ਮਨ ਜੈਸੇ, ਬਾਕੀ ਜਿਹੜੇ ਤੁਹਾਡੇ ਵਿੱਚੋਂ ਕੁਝ ਬਚੇ ਹਨ ਨਿਮਖ ਹਰਾਮੀ, ਉਹ ਜੋ ਤੁਸੀਂ ਚਾਹੋ ਤੁਸੀਂ ਉਦਾਂ ਕਰੋ। ਇੱਕ ਪਾਸੇ ਸਿੰਘ ਨਿੱਤਰ ਗਏ, ਉਹ ਕਹਿੰਦੇ ਅਸੀਂ ਤੇ ਨਹੀਂ ਵਾਪਸ ਮੁੜਦੇ। ਇਤਿਆਦਕ ਬਾਹੋ ਕਹਿ ਕਹਿ ਤਰਕ, ਇਤਿਆਦਕ ਕਹਿੰਦੇ ਬਹੁਤੀਆਂ ਤਰਕਾਂ ਕਹਿ ਕਹਿ ਕੇ ਲਾਹਣਤਾਂ ਪਾ ਕੇ ਬਦਾਵਾ ਲਿਖਣ ਵਾਲਿਆਂ ਨੂੰ। ਜੀਵਤ ਨਿੰਦਾ ਮਰਤੇ ਨਰਕ, ਕਹਿੰਦੇ ਜਿਉਂਦਿਆਂ ਨਿੰਦਾ ਹੋ ਗਈ, ਲੋਕ ਆਖਿਆ ਕਰਨਗੇ ਆ ਵੀ ਬੰਦਾ ਇਹ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਭੱਜ ਆਇਆ ਸੀ ਪਿੱਠ ਵਿਖਾ ਕੇ, ਤੇ ਮਰੇ ਤੋਂ ਨਰਕਾਂ 'ਚ ਜਾਓਗੇ ਤੁਸੀਂ। ਹਟੇ ਸਿੰਘ ਸਭ ਸੰਖਿਆ ਚਾਲੀ, ਇਸ ਤਰ੍ਹਾਂ ਜਿਹੜੇ ਸਿੰਘ ਸਾਧ ਸੰਗਤ ਮਾਝੇ ਵਿੱਚ ਵਾਪਸ ਆਉਣ ਤੋਂ ਮੁੜ ਗਏ, ਕਵੀ ਜੀ ਕਹਿੰਦੇ ਉਹਨਾਂ ਦੀ 40 ਦੇ ਕਰੀਬ ਸੰਖਿਆ ਹੋਈ। ਮਾਈ ਭਾਗ ਕੌਰ ਉਹਨਾਂ 40 ਚੋਂ ਵਧੇਕ ਗਿਣਤੀ ਦੇ ਵਿੱਚ ਹੈ ਵੀ ਉਹ 40 ਸਿੰਘ ਸਨ, ਉਹ 100-150 ਦੇ ਵਿੱਚੋਂ ਜਿਨ੍ਹਾਂ ਨੇ ਆਖਿਆ ਵੀ ਅਸੀਂ ਤਾਂ ਮਹਾਰਾਜ ਦੇ ਵਾਸਤੇ ਆਪਾਂ ਕੁਰਬਾਨ ਕਰ ਦਿਆਂਗੇ, ਪਰ ਗੁਰੂ ਤੋਂ ਬੇਮੁਖ ਨਹੀਂ ਹੋਵਾਂਗੇ। ਰਿਣ ਕਰ ਬੇਕੋ ਧੀਰ ਵਿਸਾਲੇ, ਇਹਦਾ ਇਤਿਹਾਸ ਵਿੱਚ ਲਿਖਿਆ ਹੁੰਦਾ ਵੀ ਜਿਹੜੇ ਬਦਾਵਾ ਲਿਖਣ ਵਾਲੇ ਸੀ ਇਹ ਪੰਚਾਇਤਾਂ ਵਾਲੇ ਸਨ, ਤੇ ਜਿਹੜੇ ਬਦਾਵਾ ਪੜਾਉਣ ਵਾਲੇ ਭਾਈ ਮਾਨ ਸਿੰਘ ਨੇ ਬਦਾਵਾ ਲਿਖਿਆ ਨਹੀਂ ਸੀ, ਪਰ ਪੜਾਉਣ ਵਾਲਿਆਂ ਜੋ ਭਾਈ ਮਾਨ ਸਿੰਘ ਜੀ ਮੁਖੀ ਸਨ। ਸੋ ਬਹੁਤਾ ਇਦਾਂ ਦੇ ਪ੍ਰਚਲਿਤ ਹੋ ਗਿਆ ਵੀ ਇਹ ਸ਼ਾਇਦ ਜਿਨ੍ਹਾਂ ਬਦਾਵਾ ਲਿਖਿਆ ਵੀ ਉਹਨਾਂ ਪੜਵਾਇਆ ਨਹੀਂ। ਬਦਾਵਾ ਜਿਹੜਾ ਲਿਖ ਕੇ ਮਾਝੇ ਦੇ ਪੈਂਚ ਨੰਬਰਦਾਰ ਗਏ, ਪਰ ਸਾਰਾ ਹੀ ਮਾਝਾ ਮਹਾਰਾਜ ਨੇ ਕਹਿਤਾ ਨਾ ਸਿੱਖੀ ਤੋਂ ਖਾਰਜ ਹੈ, ਉਹਨਾਂ ਪਿੱਛੇ ਸਜ਼ਾ ਸਾਰਿਆਂ ਨੂੰ ਮਿਲ ਗਈ ਸੀ। ਜਿਸ ਕਰਕੇ ਫਿਰ ਇਹਨਾਂ ਸਿੰਘਾਂ ਨੇ ਮਹਾਰਾਜ ਵਾਸਤੇ ਕੁਰਬਾਨੀ ਕਰਕੇ ਤੇ ਮਾਝੇ ਦੀ ਸਿੱਖੀ ਰੱਖ ਲਈ ਸੀ। ਉਹ ਭਾਈ ਮਾਨ ਸਿੰਘ ਦਾ ਮਾਝੇ ਦੇ ਲੋਕ ਸਾਧ ਸੰਗਤ ਪਰ ਉਪਕਾਰ ਨਹੀਂ ਭੁਲਾ ਸਕਦੇ, ਜਿਨ੍ਹਾਂ ਕਲਗੀਧਰ ਮਹਾਰਾਜ ਤੋਂ ਸਿੱਖੀ ਬਚਾ ਲਈ ਮਾਝੇ ਦੀ। ਨਹੀਂ ਤੇ ਸੋਚੋ ਜਿਸ ਮਾਝੇ ਦੇ ਵਿੱਚ ਸਾਧ ਸੰਗਤ ਜੀ, ਜਿਸ ਪੰਜਾਬ ਦੇ ਵਿੱਚ ਗੁਰੂ ਸਾਹਿਬਾਂ ਦਾ ਆਗਮਨ ਹੋਇਆ, ਮਾਝੇ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਵਰਗੇ ਸਥਾਨ ਉਹ ਜੇ ਬੇਮੁਖ ਹੋ ਜਾਂਦੇ ਤੇ ਫਿਰ ਕੀ ਹਾਲਤ ਹੁੰਦੀ। ਅੱਜ ਆਪਾਂ ਸਿੱਖ ਥੋੜਾ ਹੋਣਾ ਸੀ। ਇਹਦੇ ਭਾਈ ਮਾਨ ਸਿੰਘ ਵਰਗਿਆਂ ਸੂਰਮਿਆਂ ਨੇ ਆਪਾ ਵਾਰਤਾ। ਬਾਕੀਆਂ ਨੂੰ ਕਹਿੰਦੇ ਤੁਸੀਂ ਜਿੱਥੇ ਜਾਣਾ ਜਾ ਕੇ ਪਾਓ ਢੱਠੇ ਖੂਹ 'ਚ, ਅਸੀਂ ਤਾਂ ਕਲਗੀਧਰ ਮਹਾਰਾਜ ਸਾਹਿਬ ਨੂੰ ਆਪਾਂ ਨਿਸ਼ਾਵਰ ਕਰਾਂਗੇ। ਅਪਰ ਭਏ ਕਾਇਰ ਬਲਿਹਾਰੇ, ਜਿਹੜੇ ਕੋਈ ਕਾਇਰ ਸਨ ਜਿਨ੍ਹਾਂ ਨੂੰ ਕੇਵਲ ਆਪਣੇ ਅਹੁਦੇ ਨਾਲ ਕੁਰਸੀ ਨਾਲ ਮਤਬਲ ਸੀ, ਉਹ ਤਾਂ ਪਛਾਣ ਨੂੰ ਮੁੜ ਗਏ। ਪਗ ਚੰਚਲ ਕਰ ਦੂਰ ਸਿਧਾਰੇ, ਮੁੜੇ ਵੀ ਐਸੇ ਵੀ ਕਾਲੀ ਕਾਲੀ ਕਦਮ ਪੁੱਟਦਿਆਂ ਹੋਇਆ ਵਾਪਸ ਮੁੜੇ ਵੀ ਕਿਤੇ ਸਾਨੂੰ ਕੋਈ ਧੱਕੇ ਨਾ ਵਾਪਸ ਲੈ ਜਾਵੇ। ਪਿਆਰੇ ਪ੍ਰਾਣ ਕਰੇ ਤਜ ਧਰਮੋ, ਉਹਨਾਂ ਨੇ ਆਪਣੇ ਪ੍ਰਾਣ ਜਿਹੜੇ ਸੰਸਾਰ ਸੰਗਤ ਉਹ ਪਿਆਰੇ ਕਰ ਲਏ। ਸਤਿਗੁਰ ਤਿਆਗੇ ਕਰਿਓ ਕੁਕਰਮੋ, ਐਸਾ ਕੁਕਰਮ ਕੀਤਾ ਵੀ ਆਪਣੇ ਪ੍ਰਾਣ ਪਿਆਰੇ ਕਰਕੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਛੱਡ ਕੇ ਆ ਗਏ, ਆਪਣਾ ਧਰਮ ਤਿਆਗ ਦਿੱਤਾ। ਜਿਤ ਕੋ ਆਏ ਤਿਤੇ ਸਿਧਾਰੇ, ਜਿੱਧਰੋਂ ਮਾਝੇ ਵੱਲੋਂ ਆਏ ਸੀ ਉਹ ਤਾਂ ਬਹੁਤੇ ਗਿਣਤੀ ਦੇ ਵਿੱਚ ਵਾਪਸ ਉਧਰ ਨੂੰ ਹੀ ਹੋ ਤੁਰੇ। ਮਨੋ ਚਰਨ ਮ੍ਰਿਗ ਕੇ ਸਭ ਧਾਰੇ, ਇਦਾਂ ਕਹਿੰਦੇ ਕਾਲੀ ਨਾਲ ਤੁਰਦੇ ਜਾ ਰਹੇ ਆ ਵੀ ਜਿਵੇਂ ਹਿਰਨ ਛਾਲਾਂ ਮਾਰਦਾ ਨਹੀਂ ਜਾਂਦਾ, ਏਦਾਂ ਛਾਲਾਂ ਮਾਰਦੇ ਜਾਂਦੇ ਨੇ ਬੇਮੁਖ ਹੋ ਕੇ। ਜਬ ਸ਼੍ਰੀ ਪ੍ਰਭ ਖਿਦਰਾਣੇ ਆਏ, ਇੱਧਰ ਸਾਧ ਸੰਗਤ ਜੀ 40 ਸਿੰਘ ਮਾਈ ਭਾਗ ਕੌਰ ਇਹ ਤਾਂ ਕਹਿੰਦੇ ਵੀ ਅਸੀਂ ਲੜਾ ਮਰਾਂਗੇ। ਇਹ ਸਤਿਗੁਰੂ ਦੇ ਮਗਰ ਮਗਰ ਆ ਰਹੇ ਆ ਵੀ ਜਿਉਂਦੇ ਜੀ ਹੁਣ ਗੁਰਾਂ ਦੇ ਮੱਥੇ ਵੀ ਨਹੀਂ ਲੱਗਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਕੀ ਮੂੰਹ ਵਿਖਾਵਾਂਗੇ ਜਾ ਕੇ, ਬੇਮੁਖ ਪਿਛਾਂਹ ਮੁੜ ਗਏ ਨੇ।
ਤੇ ਇਧਰ ਕਲਗੀਧਰ ਮਹਾਰਾਜ ਸਾਹਿਬ ਜੀ ਜਦੋਂ ਖਦਰਾਣੇ ਦੀ ਢਾਬ ਉੱਤੇ ਪਹੁੰਚ ਗਏ, ਲਰਨ ਸਥਾਨ ਬਲੋ ਕੇ ਲਾਏ। ਮਹਾਰਾਜ ਸਾਹਿਬ ਜੀ ਨੇ ਵੇਖਿਆ ਵੀ ਆ ਜੰਗ ਕਰਨ ਵਾਸਤੇ ਸੋਹਣੀ ਜਗ੍ਹਾ ਹੈ, ਸ਼ੁਸ਼ਕ ਭਰਿਓ ਨਮਰੀ ਥਲ ਹੈ। ਮਹਾਰਾਜ ਕਹਿੰਦੇ ਵੀ ਇਹ ਢਾਬ ਹੈ ਖਦਰਾਣੇ ਦੀ, ਇਹ ਸੁੱਕੀ ਹੋਈ ਪਈ ਹੈ, ਥੋੜਾ ਜਿਹਾ ਜਲ ਸੀ ਇੱਥੇ, ਤਕਰੀਬਨ ਸੁੱਕੀ ਸੀ। ਕਹਿੰਦੇ ਇੱਥੇ ਇਹਦੇ ਵਿੱਚ ਮੋਰਚੇਬੰਦੀ ਕਰਕੇ ਤੇ ਵੈਰੀਆਂ ਨਾਲ ਸੋਹਣਾ ਜੰਗ ਕੀਤਾ ਜਾ ਸਕਦਾ ਏ। ਰਣ ਹਮ ਕਰੇ ਇਹ ਹਾਥਿਰ ਰਹਿ। ਕਲਗੀਧਰ ਮਹਾਰਾਜ ਕਹਿੰਦੇ ਇੱਥੇ ਖਲੋ ਗਈ ਆਪਾਂ ਜੰਗ ਕਰਾਂਗੇ। ਬਦਰੀ ਬ੍ਰਿੰਦ ਸਗਨ ਹੈ ਆਛੇ। ਦੇਖੋ ਵੀ ਇਹਦੇ ਆਲੇ ਦੁਆਲੇ ਜੰਗਲ ਹੈ ਤੇ ਫਿਰ ਬੇਰੀਆਂ ਦੇ ਬੜੇ ਸੰਘਣੇ ਬੜੇ ਸੋਹਣੇ ਦਰਖਤ ਨੇ, ਜਿਸ ਕਰਕੇ ਵੈਰੀ ਦੇ ਨਾਲ ਲੜਨਾ ਹੋਰ ਸੌਖਾ ਹੋਵੇਗਾ। ਹਤਹਿ ਤੁਰਕ ਗਨ ਕੋ ਚਿਤ ਬਾਂਛੇ। ਜਿੰਨਾ ਮਹਾਰਾਜ ਸਾਹਿਬ ਕਹਿੰਦੇ ਚਿੱਤ ਚਾਹੇਗਾ ਉਹਨੇ ਇਹ ਤੁਰਕਾਂ ਨੂੰ ਆਪਾਂ ਮਾਰ ਕੇ ਤੇ ਜਹੰਨਮ ਪਹੁੰਚਾਵਾਂਗੇ। ਦਾਨ ਸਿੰਘ ਆਦਿਕ ਬਹਿਰਾੜ। ਜਦੋਂ ਕਲਗੀਧਰ ਮਹਾਰਾਜ ਨੇ ਕਿਹਾ ਨਾ ਵੀ ਇੱਥੇ ਨੀਵੇਂ ਥਾਂ ਮੋਰਚੇ ਬੰਦੀ ਕਰੋ ਖਦਰਾਣੇ ਦੀ ਢਾਬ ਤੇ ਭਾਈ ਦਾਨ ਸਿੰਘ ਤੇ ਜਿਹੜੇ ਹੋਰ ਬੈਰਾੜ ਸਨ ਮਹਾਰਾਜ ਦਾ ਬਚਨ ਸੁਣ ਕੇ ਕਹਿਣ ਲੱਗੇ, ਕਹੈ ਚਾਹੋਂ ਦਿਸ਼ ਝਾੜੇ ਉਜਾੜ। ਕਹਿਣ ਲੱਗੇ ਮਹਾਰਾਜ ਆ ਵੇਖੋ ਇੱਥੇ ਚਾਰ ਸਵੇਰੇ ਨਾ ਜੰਗਲ ਜੀ ਉਜਾੜ ਜੀ ਦੇ ਬੇਰੀਆਂ ਦੇ ਦਰਖਤ ਬਹੁਤੇ ਹਨ, ਨਾ ਕੋ ਰੁਕੋ ਬੀਚ ਲਸ਼ਕਰ ਕੇ। ਇਸ ਕਰਕੇ ਪਾਤਸ਼ਾਹ ਜੀ ਉਹ ਫੌਜਾਂ ਦੇ ਵਿੱਚ ਨਾ ਰੁਕੀਏ, ਵੀ ਨੀਵਾਂ ਥਾਂ ਹੈ ਵੀ ਚਾਰ ਸਵੇਰੇ ਆ ਕੇ ਤੇ ਸੂਬੇ ਦੀਆਂ ਫੌਜਾਂ ਘੇਰਾ ਪਾ ਲੈਣਗੀਆਂ। ਘੇਰਾ ਪਾਏ ਲਹੇ ਬਲ ਕਰਕੇ। ਆ ਬਲ ਦੇ ਨਾਲ ਘੇਰਾ ਪਾ ਕੇ ਆਪਾਂ ਨੂੰ ਘੇਰੇ ਵਿੱਚ ਮਹਾਰਾਜ ਜੀ ਉਹ ਲੈ ਲੈਣਗੇ, ਕਿਉਂਕਿ ਨੀਵੇਂ ਥਾਂ ਤੋਂ ਫਿਰ ਨਿਕਲਣਾ ਮੁਸ਼ਕਲ ਹੋਵੇਗਾ। ਆਗੇ ਚਲੋ ਕਿਤਕ ਥਲ ਔਰ। ਭਾਈ ਦਾਨ ਸਿੰਘ ਕਹਿੰਦਾ ਮਹਾਰਾਜ ਥੋੜਾ ਜਿਹਾ ਇਥੋਂ ਆਪਾਂ ਹੋਰ ਅੱਗੇ ਨੂੰ ਚੱਲੀਏ। ਖਰੇ ਹੋਏ ਹੈ ਆਛੀ ਠੌਰ। ਅੱਗੇ ਮਹਾਰਾਜ ਉਹ ਉੱਚੀਆਂ ਉੱਚੀਆਂ ਟਿੱਬੀਆਂ ਦਿਖਦੀਆਂ ਨੇ ਤੇ ਉੱਚੀ ਥਾਂ ਤੋਂ ਖਲੋ ਕੇ ਜੰਗ ਕਰਨ ਦੇ ਵਿੱਚ ਫਾਇਦਾ ਹੋਵੇਗਾ। ਰਿਸ਼ਤੇ ਆਪਣੀ ਰਖੇ ਉਜਾਰ। ਆ ਜਿਹੜੇ ਪਾਸੇ ਮਹਾਰਾਜ ਸੰਘਣਾ ਜੰਗਲ ਹੈ ਆਪਣੀ ਪਿੱਠ ਤਾਂ ਆਪਾਂ ਸੰਘਣੇ ਜੰਗਲ ਵੱਲ ਰੱਖਾਂਗੇ, ਕਿਉਂਕਿ ਉਧਰੋਂ ਵੈਰੀ ਆ ਨਹੀਂ ਸਕੇਗਾ। ਸ਼ਲਕ ਤੁਪਕ ਕੀ ਕਰਹਿ ਮਾਰ। ਇੱਕੇ ਵਾਰ ਸਾਰੀਆਂ ਬੰਦੂਕਾਂ ਚਲਾ ਕੇ ਤੇ ਵੈਰੀਆਂ ਤੇ ਭਾਰੀ ਗੋਲੀ ਦੀ ਮਾਰ ਕਰਾਂਗੇ। ਜੇ ਤੱਕ ਹਤੇ ਜਾਏ ਹੱਥ ਕਰਕੇ। ਤੇ ਭਾਈ ਦਾਨ ਸਿੰਘ ਕਹਿੰਦਾ ਮਹਾਰਾਜ ਜਿੰਨੇ ਕੁ ਮਾਰੇ ਜਾਣਗੇ ਆਪਣੇ ਕੋਲ ਵੈਰੀ ਉਹਨਿਆਂ ਕੁ ਨੂੰ ਮਾਰ ਕੇ। ਮਰੇ ਜੋਰ ਤੇ ਜੈ ਹੈ ਟਰਕੈ। ਦੁਸ਼ਟ ਆਪਣੇ ਤੇ ਥੋੜਾ ਕਦੇ ਜ਼ੋਰ ਪਾਉਣਗੇ ਤੇ ਫਿਰ ਜਿਵੇਂ ਤੁਸੀਂ ਗੁਰੀਲਾ ਯੁੱਧ ਨੀਤੀ ਤਿਆਰ ਕੀਤੀ ਹੈ ਵੀ ਵੈਰੀ ਜੇ ਚੜਦਾ ਆਵੇ ਤੇ ਸੱਜੇ ਖੱਬੇ ਹੋ ਕੇ ਫਿਰ ਉੱਤੇ ਪੈ ਜਾਓ ਤੇ ਵੈਰੀਆਂ ਨੂੰ ਮਾਰਾਂਗੇ। ਜੇ ਉਹਨਾਂ ਦਾ ਜ਼ੋਰ ਪੈਂਦਾ ਦਿਖੂਗਾ ਤੇ ਥੋੜਾ ਫੇਰ ਪਿਛਾਂ ਹਟ ਕੇ ਜੰਗ ਕਰਾਂਗੇ। ਇਹ ਮਤ ਹਮਰੋ ਮਾਨੋ ਗੁਰ ਜੀ। ਮਹਾਰਾਜ ਸਾਡੀ ਇਹ ਸਲਾਹ ਹੈ ਵੀ ਆਪਾਂ ਉੱਚੇ ਥਾਂ ਤੋਂ ਜੰਗ ਕਰੀਏ, ਤੁਸੀਂ ਵੀ ਕਿਰਪਾ ਕਰਕੇ ਸਾਡਾ ਬਚਨ ਮੰਨੋ। ਰੁਕੋ ਨ ਆਪ ਕਰਤ ਸਭ ਅਰਜ਼ੇ। ਬਾਦਸ਼ਾਹ ਜੀ ਸਾਡੀ ਇਹ ਬੇਨਤੀ ਵੀ ਤੁਸੀਂ ਇਹ ਨੀਵੇਂ ਥਾਂ ਤੇ ਨਾ ਰੁਕਣਾ ਕਰੋ। ਇਮ ਬਹੁ ਬਾਰ ਬਾਰ ਹੋਏ ਦੀਨ। ਇਹਦਾ ਬਹੁਤ ਵਾਰ-ਵਾਰ ਜਦੋਂ ਦੀਨ ਨਿਮਾਣੇ ਹੋ ਕਰਕੇ ਬੇਨਤੀ ਕੀਤੀ। ਕਹਿਓ ਜੋਰ ਕਰ ਸੁਨੋ ਪ੍ਰਬੀਨ। ਕਹਿਣ ਲੱਗੇ ਹੇ ਸਿਆਣੇ ਪ੍ਰਬੀਨ ਸਤਿਗੁਰੂ ਜੀ ਅੱਗੇ ਆਪਾਂ ਉੱਚੀ ਟਿੱਬੀ ਤੇ ਜਾ ਕੇ ਮੋਰਚਾ ਬੰਦੀ ਕਰਦੇ ਆ। ਤਜ ਖਿਦਰਾ ਨਾ ਕੁਸ਼ਕ ਪਿਆਨੇ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਬਚਨ ਮੰਨਿਆ ਸਿੰਘਾਂ ਦਾ ਤੇ ਜਿੱਥੇ ਖਦਰਾਣੇ ਦੀ ਢਾਬ ਹੈ ਇਹਨੂੰ ਛੱਡ ਕੇ ਤੇ ਥੋੜਾ ਮਹਾਰਾਜ ਹੋਰ ਅੱਗੇ ਗਏ। ਖਰੇ ਭਏ ਪ੍ਰਭ ਲਰਨ ਟਿਕਾਨੇ। ਕਲਗੀਧਰ ਮਹਾਰਾਜ ਸਾਹਿਬ ਜੀ ਇਹ ਜੰਗਲ ਦਾ ਇਲਾਕਾ ਸੀ ਉਦੋਂ, ਇਹ ਜੰਗਲ ਦੇ ਵਿੱਚ ਉੱਤੇ ਟਿੱਬੀ ਸੀ ਹੁਣ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਹੈ। ਕਲਗੀਧਰ ਮਹਾਰਾਜ ਸਾਹਿਬ ਜੀ ਉੱਚੇ ਥਾਂ ਤੇ ਜਾ ਕੇ ਖੜੋ ਗਏ। ਇਤਨੇ ਬਿਖੈ ਸਿੰਘ ਜੇ 40। ਏਦਾਂ ਵੀ ਕਈ ਇਤਿਹਾਸਾਂ 'ਚ ਲਿਖਿਆ ਹੁੰਦਾ ਹੈ ਵੀ ਉਹ ਲਾਗਿਓ ਸਿੰਘ ਕਹਿੰਦੇ ਮਹਾਰਾਜ ਵੈਰੀ ਤਾਂ ਬਿਲਕੁਲ ਆ ਨੇੜੇ ਹੀ ਆ ਗਿਆ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਨਹੀਂ ਉਹਨਾਂ ਦੇ ਨਾਲ ਲੜਨ ਵਾਲੇ ਵੀ ਆ ਰਹੇ ਆ ਜੇ ਵੈਰੀ ਆ ਗਿਆ। ਇਸ਼ਾਰਾ ਸੀ ਉਹ 40 ਸਿੰਘਾਂ ਵਾਲਾ ਵੀ ਉਹਨਾਂ ਨੇ ਆਪੇ ਹੀ ਇਹਨਾਂ ਨੂੰ ਸਾਂਭ ਲੈਣਾ ਇਹ ਦੁਸ਼ਟਾਂ ਨੂੰ। ਮਹਾਰਾਜ ਸਾਹਿਬ ਜੀ ਉੱਚੀ ਟਿੱਬੀ ਤੇ ਟਿਕਾਣਾ ਕੀਤਾ ਹੈ। ਇਧਰੋਂ ਜਿਹੜੇ ਮਾਝੇ ਦੇ ਸਿੰਘ
ਮਾਈ ਭਾਗ ਕੌਰ, ਭਾਈ ਮਾਨ ਸਿੰਘ, ਭਾਈ ਰਾਏ ਸਿੰਘ ਆਦਿ ਗੁਰਸਿੱਖਾਂ ਦੀ ਅਗਵਾਈ ਦੇ ਵਿੱਚ ਆ ਰਹੇ ਇਹ ਖਦਰਾਣੇ ਦੀ ਢਾਬ ਦੇ ਕੋਲ ਪਹੁੰਚ ਗਏ। ਜਦੋਂ ਨੇੜੇ ਲਰਨ ਹੇਤ ਕਰ ਧੀਰ ਵਿਸਾਲੇ, ਇਹਨਾਂ ਨੇ ਲੜਨ ਵਾਸਤੇ 40 ਸਿੰਘਾਂ ਨੇ ਬੜਾ ਹੌਸਲਾ ਬੜੀ ਧੀਰਜ ਕੀਤੀ। ਕਹਿੰਦੇ ਆਹ ਜਗ੍ਹਾ ਠੀਕ ਆ, ਇੱਥੇ ਲੜੀਏ ਆਪਾਂ। ਗੁਰ ਕੀ ਦਿਸ਼ਾ ਉਤਾਏ ਲਿਆਏ, ਅੱਜ ਜਿੱਧਰ ਕਲਗੀਧਰ ਮਹਾਰਾਜ ਸਾਹਿਬ ਜੀ ਹਨ ਉਧਰ ਨੂੰ ਬੜੀ ਕਾਹਲੀ ਦੇ ਨਾਲ ਸਤਿਗੁਰਾਂ ਦੇ ਪਿੱਛੇ ਹੀ ਆ ਗਏ ਖਦਰਾਣੇ ਜ਼ਿਕਰ। ਤੁਪਕ ਤਿਆਰ ਤੋੜੇ ਸੁਲਗਾਏ, ਉਸੇ ਦੇ ਬੰਦੂਕਾਂ ਤਿਆਰ ਕਰਕੇ ਗੱਜ ਠੋਕ ਕੇ ਬਰੂਦ ਭਰ ਕੇ ਤੇ ਤੋੜਿਆਂ ਨੂੰ ਸੁਲਗਾ ਲਿਆ, ਅੱਗ ਲਾ ਲਈ। ਸਰ ਖਿਦਰਾਣਾ ਤਿਨੋ ਨਿਹਾਰਾ, ਆ ਜਿਹੜਾ ਖਦਰਾਣੇ ਵਾਲਾ ਸਰੋਵਰ ਹੈ, ਖਦਰਾਣੇ ਦੀ ਢਾਬ ਹੈ, ਇਹ ਜਦੋਂ 40 ਸਿੰਘਾਂ ਨੇ ਵੇਖੀ ਆਏ ਪ੍ਰਵੇਸ਼ੇ ਤਾਹੇ ਮਝਾਰਾ, ਤੇ ਆ ਕੇ ਇਹਦੇ ਵਿੱਚ ਪ੍ਰਵੇਸ਼ ਕੀਤਾ ਕਿਉਂਕਿ ਸੁੱਕਾ ਹੀ ਸੀ, ਥੋੜਾ ਹੀ ਪਾਣੀ ਸੀ। ਮਹਾਰਾਜ ਦੇ 40 ਸੂਰਮੇ ਦੇ ਵਿੱਚ ਵੜ ਗਏ ਮੋਰਚਾ ਬੰਦੀ ਕਰਨ ਵਾਸਤੇ। ਮਨੋ ਦੁਰਗ ਹੈ ਕਰਿਓ ਪਸੰਦ, ਮਾਨੋ ਵੀ ਸਿੰਘਾਂ ਵਾਸਤੇ ਹੀ ਤਗੜਾ ਕਿਲਾ ਏ ਤੇ ਇਹਦੇ ਵਿੱਚ ਹੀ ਜੰਗ ਕਰਨਾ ਇਹਨਾਂ ਨੇ ਪਸੰਦ ਕੀਤਾ। ਥਿਰੋ ਇਹਾਰਣ ਕਰੇ ਬਿਲੰਦ, ਆ ਭਾਈ ਮਾਨ ਸਿੰਘ ਕਹਿਣ ਲੱਗੇ ਖਾਲਸਾ ਜੀ ਇੱਥੇ ਟਿਕ ਜਾਓ, ਤਗੜਾ ਹੀ ਜੰਗ ਕਰਾਂਗੇ ਜਿਹੜੇ ਵੈਰੀ ਚੜ ਕੇ ਆ ਰਹੇ ਨੇ। ਇਤ ਹੀ ਤੁਰਕਣ ਕੋ ਬਿਰਮਾਵੇ, ਤੇ ਨਾਲੇ ਸਿੰਘਾਂ ਦਾ ਇਹ ਵੀ ਮਤਾ ਇਹ ਵੀ ਆਪਾਂ ਵੈਰੀਆਂ ਨੂੰ ਇੱਧਰ ਹੀ ਬਰਮਾ ਕੇ ਰੱਖਣਾ, ਭਾਵ ਕਿ ਇੱਥੇ ਜੰਗ ਕਰਾਂਗੇ ਤੇ ਇੱਥੇ ਆਪਣੇ ਨਾਲ ਹੀ ਦੁਸ਼ਟ ਉਲਝੇ ਰਹਿਣਗੇ। ਗੁਰ ਕੇ ਪਾਛੇ ਨਾਹਨ ਜਾਵੇ, ਤੇ ਗੁਰੂ ਕਲਗੀਧਰ ਮਹਾਰਾਜ ਅੱਗੇ ਜਿੱਧਰ ਨੂੰ ਗਏ ਹਨ ਉਧਰ ਨੂੰ ਵੈਰੀ ਨਾ ਜਾਣ। ਵੇਖੋ ਸਿੰਘਾਂ ਦਾ ਕੈਸਾ ਮਹਾਰਾਜ ਸਾਹਿਬ ਨਾਲ ਪਿਆਰ ਹੈ। ਇਹ ਤਾਂ ਬਚਾਇਆ ਜਿਨ੍ਹਾਂ ਨੇ ਮਾਝੇ ਦੀ ਸਿੱਖੀ ਨੂੰ, ਕਿੱਡੇ ਸਿੱਧਕੀ ਸਿੱਖ ਨੇ। ਕਹਿੰਦੇ ਆਪਾਂ ਇੱਥੇ ਲੜੀਏ, ਇੱਥੇ ਜੰਗ ਕਰੀਏ ਤਾਂ ਕਿ ਵੈਰੀ ਸਾਡੇ ਵੱਲ ਲੱਗਾ ਰਹੇ, ਸਾਡੇ ਨਾਲ ਲੜਦਾ ਰਹੇ। ਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਮਗਰ ਨਾ ਫੌਜਾਂ ਜਾਣ। ਆਪਸ ਮੈਂ ਮਸਲਤ ਕਰ ਥਿਰੇ, ਆਪਸ ਵਿੱਚ ਸਾਰੇ ਸਿੰਘਾਂ ਨੇ ਗੁਰਮਤਾ ਕਰ ਲਿਆ ਵੀ ਕਿਵੇਂ ਜੰਗ ਕਰਨਾ, ਵੀ ਇੱਕ ਇੱਕ ਦੋ ਦੋ ਅੱਗੇ ਜਾ ਕੇ ਕਿਵੇਂ ਲੜਨਗੇ, ਸਾਰੀ ਸਲਾਹ ਕਰ ਲਈ। ਲਰਬੇ ਕਹੋ ਤਿਆਰ ਹੋਏ ਖਰੇ, ਉਸ ਵੇਲੇ ਸੂਰਮੇ ਵੈਰੀਆਂ ਦੇ ਦਲ ਦੇ ਨਾਲ ਲੜਨ ਦੇ ਲਈ ਤਿਆਰ ਪਰ ਤਿਆਰ ਹੋ ਕੇ ਖੜ ਗਏ। ਕੇਤਕ ਸਿੰਘਨ ਬਹੁਤ ਜਨਾਵਨ, ਕਈ ਸਿੰਘਾਂ ਨੇ ਨਾ ਬਹੁਤ ਆਏ ਜਣਾਉਣ ਵਾਸਤੇ ਤੁਰਕਾਂ ਨੂੰ। ਕਰੇ ਚਾਦਰੇ ਝਾਰਨ ਪਾਵਨ, ਝਾੜਾਂ ਦੇ ਉੱਤੇ ਜੋ ਬੇਰੀਆਂ ਦੇ ਦਰਖਤ ਹੈ ਉਹਨਾਂ ਦੇ ਉੱਤੋਂ ਦੀ ਜਿਹੜੇ ਚਾਦਰੇ ਲਏ ਸੀ ਨਾ ਸਿੰਘਾਂ ਨੇ, ਉਹ ਚਾਦਰੇ ਪਾਤੇ ਇਹ ਜਣਾਉਣ ਦੇ ਲਈ ਵੀ ਵੈਰੀਆਂ ਨੂੰ ਲੱਗੇ ਵੀ ਇੱਥੇ ਬਹੁਤ ਵੱਡੀ ਕੋਈ ਛਾਉਣੀ ਹੈ ਤੇ ਬਹੁਤਾ ਹੀ ਜ਼ਿਆਦਾ ਕਿਤੇ ਗੁਰੂ ਕਾ ਦਲ ਉਤਰਿਆ ਹੋਇਆ ਹੈ, ਵੀ ਗਿਣਤੀ 'ਚ ਭਾਵੇਂ 40 ਨੇ ਪਰ ਝਾੜਾਂ ਦੇ ਉੱਤੇ ਬਸਤਰ ਪਾ ਦਈਏ। ਵੱਡੇ ਵੱਡੇ ਕਸ਼ਹਿਰੇ ਸਨ ਸਿੰਘਾਂ ਦੇ, 3-3 4-4 5-5 ਮੀਟਰ ਦੇ, ਤੇ ਉਹ ਕਸ਼ਹਿਰੇ ਜਿਹੜੇ ਵੱਡੇ ਵੱਡੇ ਉਹ ਵੀ ਬੇਰੀਆਂ ਤੇ ਪਾਤੇ। ਸਿੰਘਾਂ ਦੇ ਕਸ਼ਹਿਰਿਆਂ ਵਿੱਚ ਵੀ ਸਾਧ ਸੰਗਤ ਜੀ ਸ਼ਕਤੀ ਕਰਾਮਾਤ ਹੈ। ਕਈ ਲੋਕ ਬਹੁਤ ਵੱਡੇ ਕਸ਼ਹਿਰਿਆਂ ਦਾ, ਸਿੰਘਾਂ ਦੇ ਕਸ਼ਹਿਰਿਆਂ ਦਾ ਮਖੌਲ ਬਣਾਉਂਦੇ ਨੇ, ਪਰ ਉਹਨਾਂ ਇਤਿਹਾਸ ਨਹੀਂ ਨਾ ਪੜ੍ਹਿਆ। ਜੇ ਇਤਿਹਾਸ ਪੜ੍ਹਿਆ ਹੁੰਦਾ ਵੀ ਖਦਰਾਣੇ ਦੀ ਢਾਬ ਤੇ ਪਾਏ ਹੋਏ ਜਿਹੜੇ ਕਸ਼ਹਿਰੇ ਸਨ ਉਹਨਾਂ ਕਰਕੇ ਵੈਰੀਆਂ ਨੂੰ ਇਉਂ ਲੱਗਦਾ ਸੀ ਵੀ ਲੱਖਾਂ ਹੀ ਗੁਰੂ ਕੇ ਸਿਖਾਏ ਉਤਰੇ ਨੇ। ਜਦੋਂ ਸਾਧ ਸੰਗਤ ਜੀ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਸ਼ਹੀਦੀ ਪ੍ਰਾਪਤ ਕਰ ਗਏ ਤੇ ਆਖਰੀ ਜਦੋਂ ਸਾਹ ਸਨ ਉਹਨਾਂ ਦੇ ਜਮਰੌਦ ਦੇ ਕਿਲੇ ਵਿੱਚ ਸਾਥੀਆਂ ਨੂੰ ਕਹਿਣ ਲੱਗੇ ਵੀ ਮੇਰੇ ਮਰਨ ਦੀ ਸ਼ਹੀਦ ਹੋਣ ਦੀ ਖਬਰ ਕਿਲੇ ਚੋਂ ਬਾਹਰ ਨਾ ਕੱਢਿਓ, ਤੇ ਜਿਹੜਾ ਮੇਰਾ ਕਸ਼ਹਿਰਾ ਹੈ ਨਾ ਇਹ ਵੀ ਨਿਤ ਧੋ ਕੇ ਤੇ ਕਿਲੇ ਤੋਂ ਬਾਹਰਲੀ ਕੰਧ ਤੇ ਪਾਉਂਦੇ ਰਹੋ, ਤਾਂ ਕਿ ਵੈਰੀਆਂ ਨੂੰ ਲੱਗੇ ਵੀ ਉਹ ਕਸ਼ਹਿਰੇ ਵੱਡੇ ਵਾਲਾ ਸਰਦਾਰ ਹਰੀ ਸਿੰਘ ਹਾਲਾਂ ਵੀ ਕਿਲੇ ਦੇ ਵਿੱਚ ਹੈ। ਤੇ ਸਾਧ ਸੰਗਤ ਕਈ ਸਾਲ ਤੱਕ ਸਰਦਾਰ ਹਰੀ ਸਿੰਘ ਨਲਵੇ ਦੇ ਕਸ਼ਹਿਰੇ ਨੇ ਹੀ ਵੈਰੀਆਂ ਨੂੰ ਕਿਲੇ ਵੱਲ ਮੂੰਹ ਨਹੀਂ ਕਰਨ ਦਿੱਤਾ। ਕਰਾਮਾਤ ਹੈ ਮਹਾਰਾਜ ਸਾਹਿਬ ਜੀ ਦੇ ਇਹਨਾਂ ਕਕਾਰਾਂ ਦੇ ਵਿੱਚ ਜੇ ਸਿਦਕ ਹੋਵੇ ਸਿੱਖ ਨੂੰ। ਸਿੰਘਾਂ ਨੇ ਚਾਦਰੇ ਪਾ ਤੇ ਬੇਰੀਆਂ ਤੇ 4-4 5-5 ਮੀਟਰ ਦੇ ਕਸ਼ਹਿਰੇ, ਇੱਕ ਤਾਂ ਤੇੜ ਪਾਏ ਹੁੰਦੇ ਤੇ ਇੱਕ ਕਮਰ ਕੱਸੇ ਹੁੰਦੇ ਨੇ। ਉਹ ਕਮਰ ਕੱਸੇ ਵਾਲੇ ਕਸ਼ਹਿਰੇ ਖੋਲ ਕੇ ਤੇ ਬੇਰੀਆਂ ਦੇ ਉੱਪਰ ਦੀ ਪਾ ਦੇ ਵੀ ਲੱਗੇ ਵੀ ਬਹੁਤ ਵੱਡਾ ਕੈਂਪ ਲੱਗਾ ਏ, ਬਹੁਤ ਵੱਡੀ ਕੋਈ ਫੌਜ ਆਣ ਕੇ ਉਤਰੀ ਹੋਈ ਆ। ਉੱਚੇ ਬਦਰੀ ਕੇ ਤਰਜੇ, ਉੱਚੇ ਉੱਚੇ ਜਿਹੜੇ ਬੇਰੀਆਂ ਦੇ ਦਰਖਤ ਹਨ ਉਹਨਾਂ ਦੇ ਤਾਂ ਚੜ ਚੜ ਕੇ ਚਾਦਰਾਂ ਖਿਲਾਰੀਆਂ, ਉਹਨਾਂ ਦੇ ਚੜ ਚੜ ਕੇ ਆਪਣੇ ਕਸ਼ਹਿਰੇ
ਹੋਰ ਜਿਹੜੇ ਕੋਈ ਵਸਤਰ ਲੀੜੇ ਸਨ ਉਹ ਦੂਰ ਦੂਰ ਤੀਕਰ ਸਿੰਘਾਂ ਨੇ ਖਦਰਾਣੇ ਦੀ ਢਾਬ ਦੇ ਉੱਤੇ ਪਾ ਦਿੱਤੇ, ਜਿਹਨੂੰ ਵੇਖ ਕੇ ਸਿੰਘਾਂ ਦੇ ਤੰਬੂ ਲੱਗਣ ਵੀ ਇਹਨਾਂ ਤੰਬੂਆਂ ਵਿੱਚ ਗੁਰੂ ਕਾ ਦਲ ਉਤਰਿਆ ਏ। ਵਸਤਰਨ ਸਾਥ ਅਸ਼ਾਦੇ ਦੇਈ, ਆ ਸਾਰੀਆਂ ਬੇਰੀਆਂ ਜਿਹੜੀਆਂ ਸਨ ਦਰਖਤ ਨੇੜੇ ਨੇੜੇ ਉਹ ਵਸਤਰਾਂ ਦੇ ਨਾਲ ਕਸ਼ਹਿਰਿਆਂ ਚਾਦਰਿਆਂ ਦੇ ਨਾਲ ਸਿੰਘਾਂ ਨੇ ਢੱਕ ਦਿੱਤੇ। ਤੰਬੂ ਲਗੇ ਜਾਣ ਰਿਪ ਡਰ, ਇਹ ਭਾਵਨਾ ਸੀ ਵੀ ਵੈਰੀ ਇਸ ਕਰਕੇ ਡਰ ਜਾਣ, ਇੱਕੇ ਵਾਰ ਹਮਲਾ ਕਰਨ ਤੋਂ ਵੀ ਅੱਗੇ ਤਾਂ ਤੰਬੂ ਬੜੇ ਲੱਗੇ ਆ ਵੀ ਇਕੱਠੇ ਹਮਲਾ ਨਾ ਕਰੀਏ। ਆਏ ਨਾ ਇੱਕ ਥੇ ਰਹੇਲਾ ਕਰ, ਆ ਇੱਕ ਵਾਰ ਆ ਕੇ ਸਾਡੇ ਤੇ ਹਮਲਾ ਨਹੀਂ ਕਰਨਗੇ, ਵਾਰੀ ਵਾਰੀ ਆਉਣਗੇ, ਫਿਰ ਅਸੀਂ ਵੀ ਲੜ ਲੜ ਮਾਰਾਂਗੇ। ਰਹਿ ਦੂਰ ਹੀ ਹਤੈ ਤੁਫੰਗਾ, ਸਾਡੇ ਤੋਂ ਦੂਰ ਹੀ ਡਰਦੇ ਹੋਏ ਗੋਲੀਆਂ ਚਲਾਈ ਜਾਣਗੇ। ਪਛਾੜ ਕੇ ਹੀ ਵੀ ਅੱਗੇ ਗਏ ਤੇ ਵੀ ਅੱਗੇ ਤਾਂ ਤੰਬੂ ਬੜੇ ਲੱਗੇ ਆ, ਇਹ ਤਾਂ ਡਰ ਮੰਨ ਕੇ ਵਜੀਦੇ ਦੀ ਫੌਜ ਪਛਾਂ ਤੋਂ ਹੀ ਗੋਲੀਆਂ ਨੂੰ ਚਲਾਈ ਜਾਵੇਗੀ। ਮਾਰੇ ਤੁਰਕਨ ਫੋਰੇ ਅੰਗਾ, ਇਸ ਤਰ੍ਹਾਂ ਜਿਹੜੇ ਤੁਰਕ ਆ ਉਹਨਾਂ ਨੂੰ ਅਸੀਂ ਜੁਗਤੀ ਦੇ ਨਾਲ ਇਧਰੋਂ ਅਸੀਂ ਵੀ ਗੋਲੀਆਂ ਚਲਾ ਚਲਾ ਕੇ ਮਾਰ ਮਾਰ ਕੇ ਉਹਨਾਂ ਦੇ ਅੰਗ ਭੰਨ ਦੇਾਂਗੇ। ਫਿਰੇ ਅਧਿਕ ਕਰ ਕੈ ਉਤਸ਼ਾਹੋ, ਇਸ ਤਰ੍ਹਾਂ ਸਾਧ ਸੰਗਤ ਸੂਰਮੇ ਮੋਰ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ ਵਾਲੀ ਭਾਵਨਾ ਲੈ ਕੇ ਜੰਗ ਦਾ ਉਤਸ਼ਾਹ ਕਰਨ ਦੇ ਲਈ ਬੜਾ ਉਤਸ਼ਾਹ ਬੜਾ ਹੌਸਲਾ ਲੈ ਕਰਕੇ ਡਟ ਗਏ ਹਨ ਮੈਦਾਨ ਦੇ ਵਿੱਚ। ਧਨ ਜਨਮ ਤਿਨ ਕੋ ਜਗ ਮਾਹੂ, ਕਵੀ ਜੀ ਕਹਿੰਦੇ ਧਨ ਹੈ ਉਹਨਾਂ ਦਾ ਜਨਮ ਜਗਤ ਦੇ ਵਿੱਚ, ਉਹਨਾਂ ਦਾ ਸੰਸਾਰ ਚ ਆਇਆ ਜਿਹੜੇ ਇਸ ਤਰ੍ਹਾਂ ਧਰਮ ਵਾਸਤੇ ਲੜਦੇ ਮਰਦੇ ਹਨ। ਗੁਰ ਲਗ ਤੁਰਕ ਨ ਪਹੁੰਚਨ ਪਾਵੇ, ਸਿੰਘਾਂ ਦਾ ਇਹੀ ਗੁਰਮਤਾ ਏ ਵੀ ਸਾਡੇ ਸਰੀਰਾਂ ਦੇ ਭਾਵੇਂ ਟੁਕੜੇ ਟੁਕੜੇ ਹੋ ਜਾਣ ਪਰ ਇਹ ਤੁਰਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇੜੇ ਨਾ ਪਹੁੰਚ ਸਕਣਾ। ਹਤੈ ਇਹਾਂ ਪਾਛੇ ਉਲਟਾਵੇ, ਇੱਥੋਂ ਹੀ ਕਹਿੰਦੇ ਮਾਰ ਮਾਰ ਕੇ ਉਲਟਾ ਉਲਟਾ ਕੇ ਪਿਛਾਂ ਨੂੰ ਭਜਾ ਦਾਂਗੇ ਸਾਰਿਆਂ ਨੂੰ। ਘਾਲੈਂਗੇ ਕਮਸਾਨ ਕਨੇਰਾ, ਇੱਕ ਦੂਜੇ ਨੂੰ ਕਹਿੰਦੇ ਤਗੜਾ ਕਮਸਾਨ ਦਾ ਯੁੱਧ ਕਰਾਂਗੇ, ਯਾਦ ਰੱਖਣਗੇ ਵੀ ਸਿੰਘਾਂ ਦੇ ਹੱਥ ਕਰਾਰੇ ਨੇ। ਕਰ ਕਰ ਆੜ ਥਰੇ ਤਿਸ ਬੇਰਾ, ਇਸ ਤਰ੍ਹਾਂ ਆਪੋ ਆਪਣਾ ਮੋਰਚਾ ਬਣਾ ਕੇ ਕੋਈ ਨਾ ਕੋਈ ਆਸਰਾ ਲੈ ਕੇ ਉਸ ਸਮੇਂ ਗੁਰੂ ਕੇ ਖਾਲਸੇ ਡਟ ਗਏ। ਨਹੀਂ ਆਪਣੇ ਪੈਰ ਹਿਲਾਵੋ, ਆਪਣੇ ਪੈਰ ਨਹੀਂ ਹਿਲਾਉਣੇ। ਏਦਾਂ ਭਾਈ ਮਾਨ ਸਿੰਘ ਤੇ ਹੋਰ ਜਰਨੈਲ ਕਹਿੰਦੇ ਜਿੰਨਾ ਮਰਜੀ ਵੈਰੀ ਚੜ ਕੇ ਆ ਜਾਵੇ ਨੇੜੇ ਪਰ ਆਪਣੇ ਪੈਰ ਨਾ ਪਿਛਾਂ ਨੂੰ ਪਾਇਓ। ਮਰਹੋ ਸਮੁਖ ਰਣ ਸੁਰਗ ਸਿਧਾਵੋ, ਖਾਲਸਾ ਜੀ ਜੇ ਜੰਗ ਕਰਦੇ ਆ ਸ਼ਹੀਦੀਆਂ ਪਾਓਗੇ ਸਿੱਧਾ ਸੱਚਖੰਡ ਵਿੱਚ ਜਾਵੋਗੇ। ਵਾਲੀ ਸਮਰੱਥ ਗੁਰੂ ਹਮਾਰੋ, ਸਾਡੇ ਵਾਲੀ ਵਾਰਸ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਸਾਨੂੰ ਬਖਸ਼ ਲੈਣਗੇ, ਮਾਝੇ ਨੂੰ ਬਖਸ਼ ਦੇਣਗੇ। ਸੰਗਰ ਘੋਰ ਕਨੋ ਕਰ ਡਾਰੋ, ਇਸ ਕਰਕੇ ਬੜਾ ਹੀ ਭਿਆਨਕ ਕਹਿੰਦੇ ਵੀ ਜੰਗ ਯੁੱਧ ਇੱਥੇ ਕਰਕੇ ਵੈਰੀਆਂ ਨੂੰ ਮਾਰ ਮਾਰ ਕੇ ਧਰਤੀ ਤੇ ਸੁੱਟ ਦੇਵੋ। ਚੰਡ ਚਲਿੱਤਰ ਪਾਠ ਕੋ ਕਰੈ, ਤੇ ਆਪਣੇ ਅੰਦਰ ਵੀਰ ਰਸ ਭਰਨ ਦੇ ਲਈ ਜੋ ਦਸਮ ਪਾਤਸ਼ਾਹ ਨੇ ਬਾਣੀ ਉਚਾਰੀ ਹੈ ਨਾ ਦਸਮ ਗ੍ਰੰਥ ਦੇ ਵਿੱਚ, ਕਾਹਦੇ ਨਹੀਂ ਉਚਾਰੀ ਹੈ? ਕਹਿੰਦੇ ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਹੇ। ਧਰਮ ਜੰਗ ਧਰਮ ਦੇ ਲਈ ਯੁੱਧ ਕਰਨ ਦੇ ਚਾਅ ਵਾਸਤੇ ਪੁਰਾਣੇ ਸਮਿਆਂ 'ਚ ਹੋਏ ਸੂਰਮਿਆਂ ਦੀਆਂ ਸਾਖੀਆਂ ਲਿਖੀਆਂ ਜਿਹਨੂੰ ਪੜ੍ਹ ਸੁਣ ਕੇ ਸਿੰਘਾਂ 'ਚ ਜੋਸ਼ ਆਵੇ। ਹੁਣ ਜੰਗ ਦੇ ਮੈਦਾਨ 'ਚ ਮੋਰਚੇਬੰਦੀ ਹੋਈ ਹੈ ਤੇ ਜਿਨ੍ਹਾਂ ਸਿੰਘਾਂ ਨੂੰ ਬਾਣੀ ਕੰਠ ਹੈ, ਕੋਈ ਕਹਿੰਦੇ ਵੀ ਚੰਡੀ ਚਰਿੱਤਰ ਦੇ ਵਿੱਚੋਂ ਪਾਠ ਕਰ ਰਿਹਾ ਏ, ਕੇ ਚਤਵਾਰ ਭਗਉਤੀ ਰਰੈ, ਤੇ ਕਈ ਸੂਰਮੇ ਭਗਉਤੀ ਦੀ ਵਾਰ ਦਾ ਪਾਠ ਕਰ ਰਹੇ ਨੇ। ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਪੌੜੀ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸਹਿ ਸਾਰਿਓ ਪਾਇਆ। ਬ੍ਰਹਮਾ ਵਿਸ਼ਨੂੰ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿਰਜੇ ਦਾਨੋ ਦੇਵਤੇ ਤੇ ਅੰਦਰ ਬਾਦ ਰਚਾਇਆ। ਇਦਾਂ ਇਹ ਭਗਉਤੀ ਦੀ ਵਾਰ ਜਿਹਨੂੰ ਚੰਡੀ ਦੀ ਵਾਰ ਕਹਿੰਦੇ ਨੇ। ਇਹ ਅਰਦਾਸ ਦੇ ਜਿਹੜੇ ਪਹਿਲੇ ਬਚਨ ਆਪਾਂ ਨਿਤ ਸੁਣਦੇ ਆ ਚੰਡੀ ਦੀ ਵਾਰ ਦੇ ਵਿੱਚੋਂ ਹਨ।
ਇਹ ਕੋਈ ਚੰਡੀ ਦੀ ਵਾਰ ਪੜ ਰਿਹਾ ਹੈ। ਸੁਮਨ ਸੁਮ ਪਠਾਇਆ ਜਮਦੇ ਧਾਮ ਨੂੰ, ਇੰਦਰ ਸਦ ਬੁਲਾਇਆ ਰਾਜ ਵਖੇਕ ਨੂੰ, ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ, 14 ਲੋਕੈ ਸਾਇਆ ਜਸ ਜਗ ਮਾਤ ਦਾ। ਕੋਈ ਪੜ ਰਿਹਾ ਹੈ ਖੰਡ ਬਿਹੰਡਨ ਖਲਦਰ ਖੰਡਨ, ਅਤਰਣ ਮੰਡਨ ਬਰ ਪੰਡਨ, ਕੋਈ ਦੰਦੇ ਅਖੰਡਨ ਤੇਜ ਪ੍ਰਚੰਡਨ, ਜੋਧ ਅਮੰਡਨ ਭਾਨ ਪ੍ਰਭੰ, ਸੁਖ ਸੰਤਾ ਕਰਣੰ ਦੁਰਮਤ ਦਰਣੰ, ਕਿਲਬਖ ਹਰਣੰ ਆਸਰਣੰ। ਐਵੇਂ ਗੁਰੂ ਕੇ ਖਾਲਸੇ ਗੁਰੂ ਕਲਗੀਧਰ ਮਹਾਰਾਜ ਦੀਆਂ 20 ਰਸੀ ਜੋ ਬਾਣੀਆਂ ਹਨ ਸ੍ਰੀ ਦਸਮ ਗ੍ਰੰਥ ਦੇ ਵਿੱਚ, ਉਹ ਛੰਦ, ਉਹ ਕਵਿਤਾ, ਉਹ ਸਵਈਏ ਪੜ ਪੜ ਕੇ ਇੱਕ ਦੂਸਰੇ ਦੇ ਅੰਦਰ ਜੋਸ਼ ਭਰ ਰਹੇ ਹਨ। ਹੋਰ ਮਾਇਣ ਮੁਖੋਂ ਉਚਾਰੈ, ਤੇ ਕੋਈ ਆਪਣੇ ਮੁਖੋਂ ਰਾਮਾਵਤਾਰ ਦੀ ਜਿਹੜੀ ਕਥਾ ਹੈ ਉਹ ਮੁਖੋਂ ਕਹਿੰਦੇ ਨੇ। ਜਿਵੇਂ ਰਾਮਾਵਤਾਰ ਰਾਮਚੰਦਰ ਦਾ ਯੁੱਧ ਹੋਇਆ, ਜਿਵੇਂ ਰਾਵਣ ਲੜਿਆ, ਜਿਵੇਂ ਇਧਰੋਂ ਫੌਜਾਂ ਲੜੀਆਂ, ਕਈ ਸੂਰਮੇ ਉਥੋਂ ਯੁੱਧ ਵਾਲੀਆਂ ਸਾਖੀਆਂ, ਯੁੱਧ ਵਾਲੇ ਛੰਦ ਲੈ ਲੈ ਕੇ ਬੋਲਦੇ ਹਨ। ਕੋਈ ਅਰਦਾਸ ਕਰਦਾ ਹੈ, हे कलगीधर महाराज जियो, क्षत्रि को पूत हो, बामन को नह, कह तप आवत है जो करो, और जंजार जितो ग्रहण हो, तो त्याग कहाँ चेता में धरो, अब रीझ के देव वह हमको, जो हो बिनती कर जोर करो, जब आपकी औद निदान बने, अति ही रण में तब जूझ मरो। इस तरह महाराज दे सूर में खदराणे दी ढाव मुखों 20 रसी बाणियां दा पाठ कर रहे ਹਨ। ਸੁਭਟਣ ਕੋ ਜਸ ਜਿਨੋ ਮਜਾਰੇ, ਕਹਿੰਦੇ ਜਿਹੜੇ ਸੂਰਮੇ ਨੇ ਮਹਾਰਾਜ ਸਾਹਿਬ ਜੀ ਦੇ, ਕਹਿੰਦੇ ਉਹਨਾਂ ਸੂਰਮਿਆਂ ਨੂੰ ਇਹ ਬਾਣੀਆਂ ਕੰਠ ਨੇ। ਸੁਭਟਣ ਕੋ ਜਸ ਜਿਨੋ ਮਝਾਰੇ, ਜਿਨ੍ਹਾਂ ਬਾਣੀਆਂ 'ਚ ਸੂਰਮਿਆਂ ਦਾ ਜਸ ਵੀ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ ਵੀ ਜਿਹੜਾ ਸੂਰਮਾ ਹੁੰਦਾ ਹੈ ਜੰਗ ਕਰਨ ਵਾਲਾ, ਉਹ ਤੋਂ ਵੱਡਾ ਹੋਰ ਕੋਈ ਬਹਾਦਰ ਨਹੀਂ ਹੈ। ਸ਼ਹੀਦ ਦੀ ਪਦਵੀ ਸਭ ਤੋਂ ਉੱਚੀ ਪਦਵੀ ਹੁੰਦੀ ਹੈ। ਧਰਮ ਵਾਸਤੇ ਮਰਨ ਵਾਲਾ ਸਦਾ ਅਮਰ ਹੁੰਦਾ ਹੈ। ਜਿਨ੍ਹਾਂ ਬਾਣੀਆਂ 'ਚ ਸੂਰਮਿਆਂ ਦਾ ਜਸ ਕੀਤਾ ਏ, ਉਹ ਬਾਣੀਆਂ, ਉਹ ਛੰਦ ਗੁਰੂ ਕੇ ਪਿਆਰੇ ਸਿੱਖ ਮੁਖੋਂ ਪੜਦੇ ਹਨ। ਇਮ ਥਿਰ ਭਏ ਤਿਆਰ ਹੋਏ ਕਰਕੇ, ਇਹਦਾ ਕਹਿੰਦੇ ਤਿਆਰ ਬੁਰ ਤਿਆਰ ਹੋਏ ਨੇ, ਵੈਰੀ ਦੀ ਉਡੀਕ ਕਰ ਰਹੇ ਹਨ। ਸ਼ਤਰ ਨਹਤਨ ਧੀਰ ਉਰ ਧਰ ਕੇ, ਦਿਲ ਦੇ ਵਿੱਚ ਬੜੀ ਧੀਰਜ ਹੈ, ਬਹੁਤ ਹੌਸਲਾ ਹੈ ਵੀ ਵੈਰੀਆਂ ਨੂੰ ਅਸੀਂ ਜਾਣ ਨਹੀਂ ਦੇਣਾ। ਬਿਗੜੀ ਬਾਤ ਸੁਧਾਰਨ ਹੇਤ, ਆ ਮਨ ਵਿੱਚ ਇਹ ਹੈ ਵੀ ਗੱਲ ਵਿਗੜ ਗਈ ਹੈ, ਵੀ ਬੇਮੁਖ ਹੋ ਗਏ ਹੈ। ਕਲਗੀਧਰ ਮਹਾਰਾਜ ਨੂੰ ਬਦਾਵਾ ਲਿਖਿਆ, ਇਹ ਗੱਲ ਹੁਣ ਸੁਧਾਰਨੀ ਹੈ। ਵੈਰੀਆਂ ਨੂੰ ਮਾਰਾਂਗੇ ਧੀਰਜ ਧਾਰ ਕੇ, ਆਪਣੇ ਲਹੂ ਦੇ ਨਾਲ ਬਦਾਵੇ ਦੇ ਕਾਗਜ਼ ਦੇ ਅੱਖਰ ਧੋ ਲਵਾਂਗੇ। ਸਿਮਰਤ ਸਤਿਗੁਰ ਭਏ ਸੁਚੇਤ, ਸਤਿਗੁਰੂ ਮਹਾਰਾਜ ਨੂੰ ਚੇਤੇ ਕਰਦੇ ਤਾਂ ਸੁਚੇਤ ਸਾਵਧਾਨ ਹੋ ਗਏ। ਕਲਬ ਲਾੜ ਤੁਰਕਣ ਕੋ ਭਾਰੇ, ਉਧਰ ਵੈਰੀ ਦਲ ਦੀ ਨੇੜੇ ਆਉਣ ਦੀ ਕਲਬ ਲਾਹੜ ਜੀ ਰੌਲਾ ਹਿਲਜੁਲ ਜੀ ਜਦੋਂ ਇਹਨਾਂ ਨੂੰ ਸੁਣਾਈ ਦਿੱਤੀ। ਸੁਨ ਸੁਨ ਗਹਿ ਗਹਿ ਅਜੁੱਧ ਤਿਆਰੇ, ਉਸ ਵੇਲੇ ਸੁਣ ਸੁਣ ਕੇ ਇਹਨਾਂ ਨੇ ਆਪੋ ਆਪਣੇ ਸ਼ਸਤਰਾਂ ਦੇ ਹੱਥ ਰੱਖ ਲਏ। ਉਹ ਕੋ ਤਿਆਗਣ ਲਗੇ ਤੁਫੰਗ, ਕੋਈ ਸਿੰਘ ਤਾਂ ਬੰਦੂਕ ਦੇ ਵਿੱਚੋਂ ਵੈਰੀਆਂ ਦੇ ਦਲ ਵੱਲ ਨੂੰ ਗੋਲੀਆਂ ਵੀ ਚਲਾਉਣ ਲੱਗ ਪਿਆ। ਸੁਣ ਰਿਪੇ ਆਏ ਕਰਹੇ ਜਿਮ ਜੰਗ, ਕਹਿੰਦੇ ਜਿਹੜਾ ਵੈਰੀ ਆ ਗਿਆ ਏ, ਹੁਣ ਇਹਨਾਂ ਦੇ ਨਾਲ ਅਸੀਂ ਜੰਗ ਕਰਾਂਗੇ। ਸੁਣੀ ਆਵਾਜ਼ ਪਠਾਨ ਵਜੀਦੇ, ਇੱਕ ਇਹਨਾਂ ਦੇ ਗੋਲੀ ਚਲਾਉਣ ਦਾ ਹੋਰ ਕਾਰਨ ਸੀ ਵੀ ਅਸੀਂ ਖਦਰਾਣੇ ਦੀ ਢਾਬ ਤੋਂ ਜਦੋਂ ਗੋਲੀਆਂ ਚਲਾਵਾਂਗੇ ਤੇ ਇਹ ਵੈਰੀ ਜਿਹੜੇ ਅੱਗੇ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਪਿੱਛੇ ਨਾ ਜਾਣਗੇ ਪੈੜਾਂ ਕੱਢਦੇ ਹੋਏ। ਜਦੋਂ ਵਜੀਦਾ ਸੂਬਾ ਸਰਹੰਦ ਉਹਨੇ ਗੋਲੀਆਂ ਚੱਲਣ ਦੀ ਕੰਨੀ ਆਵਾਜ਼ ਸੁਣੀ ਹੈ, ਕਹਿਓ ਕਿ ਗੋਰਟੇ ਗਿਆਨ ਰਸੀਦੇ, ਉਹਨੂੰ ਵੀ ਫਿਰ ਭੁਲੇਖਾ ਪੈ ਗਿਆ। ਕਹਿੰਦਾ ਆਪਾਂ ਸਾਥੀਓ ਗੁਰੂ ਕਲਗੀਧਰ ਮਹਾਰਾਜ ਦੇ ਨੇੜੇ ਹੀ ਆਣ ਪਹੁੰਚੇ ਆ, ਵੀ ਇਧਰੋਂ ਗੋਲੀਆਂ ਦੀ ਆਵਾਜ਼ ਆਈ ਹੈ ਤੇ ਮਹਾਰਾਜ ਇੱਥੇ ਹੀ ਹੋਣਗੇ। ਤੁਬਕੇ ਆਵਾਜ਼ ਸੁਣਾਈ ਦੇਤ, ਦੇਖੋ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਥਿਰਿਓ ਨਿਕਟ ਮੰਡੇ ਰਣ ਖੇਤ, ਨੇੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਕਿਤੇ ਟਿਕੇ ਨੇ, ਇੱਥੇ ਹੁਣ ਆਪਾਂ ਉਹਨਾਂ ਦੇ ਨਾਲ ਜੰਗ ਕਰਾਂਗੇ। ਆਗੇ ਜਿਨ ਲਾਖੋਂ ਪਟ ਮਾਰੇ, ਨਾਲ ਹੀ ਕਹਿੰਦੇ ਥੋੜਾ ਧਿਆਨ ਦੇ ਨਾਲ ਰਿਓ। ਸੂਬਾ ਸਰਹੰਦ ਕਹਿੰਦਾ ਏ ਅੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਡੇ ਜੰਗ ਹੋਏ ਤੇ ਲੱਖਾਂ ਹੀ ਸਾਡੇ ਸਾਥੀ ਮਾਰ ਦਿੱਤੇ। ਬੜੋ ਬਹਾਦਰ ਨਾਹੇ ਨਹਾਰੇ, ਗੁਰੂ ਕਲਗੀਧਰ ਮਹਾਰਾਜ ਬੜਾ ਤਗੜਾ ਬਹਾਦਰ ਸੂਰਮਾ ਏ, ਉਹ ਹਾਰਿਆ ਵੀ ਕਿਸੇ ਕੋ ਹਾਰਦਾ ਨਹੀਂ, ਸਾਵਧਾਨ ਹੋ ਕੇ ਰਹੋ। ਜਵਾਲਾ ਬਮਣੀ ਕਰ ਕਰ ਤਿਆਰੇ, ਇਹਦਾ ਕਹਿ ਕੇ ਵਜੀਦੇ ਨੇ ਹੁਕਮ ਕੀਤਾ ਤੇ ਬੰਦੂਕਾਂ ਚਲਾਉਣ ਲਈ ਤਿਆਰ ਕੀਤੀਆਂ। ਘਲ ਹੋਏਲ ਪਰੋ ਇੱਕ ਬਾਰੇ, ਇਹਦਾ ਇੱਕੇ ਵਾਰਾ ਗੋਲੀਆਂ ਚਲਾ ਕੇ ਤੇ ਹੱਲਾ ਕਰ ਦਿਓ ਵੀ ਇੱਥੇ ਕ ਲੱਗਦਾ ਹੈ ਗੁਰੂ ਸਾਹਿਬ ਦਾ ਮੋਰਚਾ
लगाए। सब लश्कर को दयो सुनाए। सब लश्कर को दयो सुनाए, सारियां फौजां ਨੂੰ ਵੀ ਸੁਨੇਹਾ ਭੇਜਤਾ। कीनी त्यार तुपक समुदाए। ਸਾਰਿਆਂ ਨੇ ਇੱਕੇ ਵਾਰ ਗੋਲੀਆਂ ਭਰ ਕੇ ਤੇ ਬੰਦੂਕਾਂ ਤਿਆਰ ਕਰ ਲਈਆਂ। जाट कपूरा जिनके साथ। ਜਿਨ੍ਹਾਂ ਦੇ ਨਾਲ ਕਪੂਰਾ ਚੌਧਰੀ ਜਿਹੜਾ ਜੱਟ ਆਇਆ ਏ, ਕਿਉਂਕਿ ਇਹਨੂੰ ਲਿਆਏ ਨੇ ਵੀ ਤੂੰ ਰਾਹ ਦਾ ਭੇਤੀ ਹੈ, ਵੀ ਸਾਨੂੰ ਰਾਹ ਦੱਸ ਇੱਧਰ। आए बतावत गुर की गाथ। ਇਹ ਆਉਂਦੇ ਆ ਗੁਰੂ ਸਾਹਿਬ ਦੀਆਂ ਗੱਲਾਂ ਦੱਸਦਾ ਹੁੰਦਾ ਹੈ ਵੀ ਐਸ ਪਿੰਡ ਠਹਿਰੇ ਸੀ, ਇੱਧਰ ਠਹਿਰੇ ਤੇ ਹੁਣ ਇੱਧਰ ਨੂੰ ਗਏ ਨੇ। जह जह कह डेरा चढ़ आए। ਤਾਂ ਜਿੱਥੋਂ ਜਿੱਥੋਂ ਮਹਾਰਾਜ ਜੀ ਡੇਰਾ ਕਰਕੇ ਤੇ ਚੜ ਕੇ ਅੱਗੇ ਆਏ ਹਨ। आवत सगरे चिन्ह दिखाए। ਆ ਪਿੱਛੇ ਦੀ ਕਰੋ ਸਾਰੀਆਂ ਨਿਸ਼ਾਨੀਆਂ ਵਿਖਾਉਂਦਾ ਰਿਹਾ, ਕਹਿੰਦੇ ਆ ਵੇਖੋ ਇੱਥੇ ਮਹਾਰਾਜ ਦੇ ਘੋੜਿਆਂ ਦੇ ਪੱਠੇ ਪਏ ਆ, ਇੱਥੇ ਲਦੇੜਾ ਪਿਆ ਏ, ਇੱਥੇ ਲੋ ਲੰਗਰ ਤਪਾਇਆ ਹੋਵੇਗਾ ਸਤਿਗੁਰਾਂ ਨੇ। पेख पेख खोज आवते दौरे। ਆਏਗਾ ਖੁਰਾ ਖੋਜ ਵੇਖ ਕੇ ਦੌੜਦੇ ਆ ਰਹੇ ਸਨ। ਕਪੂਰਾ ਚੌਧਰੀ ਸਾਰਾ ਕੁਝ ਦੱਸ ਰਿਹਾ ਏ। तू रंग तवाए पावते रौरे। ਘੋੜਿਆਂ ਨੂੰ ਦੜਾਉਂਦਿਆਂ ਦੇ ਰੌਲਾ ਪਾਉਂਦਿਆਂ ਹੋਏ ਜੈਲੀ ਦੇ ਨਾਰੇ ਲਾ ਰਹੇ ਨੇ। आए नेर पायो खिदराने। ਇਦਾਂ ਕਰਦਿਆਂ ਖਦਰਾਣੇ ਦੀ ਢਾਬ ਦੇ ਨੇੜੇ ਪਹੁੰਚ ਗਏ। देखे बस्तर सो तंबू जाने। ਤੇ ਜਦੋਂ ਸਿੰਘਾਂ ਦੇ ਵੇਖੇ ਕਸ਼ਹਿਰੇ, ਵੇਖੇ ਚਾਦਰੇ, ਇਹਨਾਂ ਨੂੰ ਇਉਂ ਲੱਗਾ ਵੀ ਬਹੁਤ ਆਲੇ ਦੁਆਲੇ ਤੰਬੂ ਲੱਗੇ ਹੋਏ ਨੇ, ਬਹੁਤਾ ਵੱਡਾ ਦਲ ਖਾਲਸਾ ਉਤਰਿਆ ਏ। छुटन लगी दो दिश ते गोरी। ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲਣ ਲੱਗ ਪਈਆਂ, ਜੰਗ ਆਰੰਭ ਹੋ ਗਿਆ। परियो रोर बहु शलकन शोरी। ਅਗਲੇ ਬੰਦੂਕਾਂ ਇੱਕੇ ਵੇਲੇ ਚੱਲੀਆਂ ਤੇ ਬਹੁਤ ਭਾਰੀ ਸ਼ੋਰ ਮਚਿਆ, ਬਹੁਤ ਭਾਰੀ ਆਵਾਜ਼ਾਂ ਹੋਇਆ ਹੈ। ਇਹ ਵੇ ਖਦਰਾਣੇ ਦੀ ਢਾਬ ਤੇ ਮੋਰਚਾਬੰਦੀ ਕਰਕੇ ਭਾਈ ਮਹਾਂ ਸਿੰਘ ਜੀ ਦੇ ਸਮੇਤ 40 ਸਿੰਘ ਡਟੇ ਨੇ, ਜਿਨ੍ਹਾਂ ਨੂੰ ਕਲਗੀਧਰ ਜੀ ਨੇ ਆਪਣੀ ਬਾਣੀ 'ਚ ਕਿਹਾ ਵੀ ਇਹ ਖਾਲਸੇ ਦਾ ਬੀਜ ਨੇ। ਵੀ ਜਿਵੇਂ ਕਿਸੇ ਫਸਲ ਦਾ ਬੀਜ ਹੁੰਦਾ ਹੈ ਨਾ, ਜਿੰਨਾ ਚਿਰ ਬੀਜ ਸੁਰੱਖਿਅਤ ਰਵੇ ਉਹਨਾਂ ਚਿਰ ਫਸਲ ਜਿੰਨੀ ਮਰਜ਼ੀ ਆਪਾਂ ਵਧਾ ਸਕਦੇ ਹਾਂ। ਏਦਾਂ ਹੀ ਜਿਹੜੇ 40 ਸਿੰਘ ਡਟੇ ਨੇ ਖਦਰਾਣੇ ਦੀ ਢਾਬ ਤੇ, ਇਹਨਾਂ ਨੂੰ ਮਹਾਰਾਜ ਨੇ ਕਿਹਾ ਸੀ 40 ਨਰ ਇਹ ਬੀਜ ਖਾਲਸੇ, ਮੁਕਤੇ ਪਾਵਨ ਸਿੰਘ ਬਲੀ ਹੈ। ਵੀ ਇਹ ਚੌਵੇਂ 40 ਦੇ 40 ਜਿਹੜੇ ਸ਼ਹੀਦ ਸਿੰਘ ਨੇ ਨਾ, ਇਹ ਖਾਲਸੇ ਪੰਥ ਦਾ ਬੀਜ ਹਨ। ਜਿੰਨਾ ਚਿਰ ਇਹ ਬੀਜ ਦਰਗਾਹੇ ਸੁਰੱਖਿਅਤ ਹੈ, ਉਹਨਾਂ ਚਿਰ ਖਾਲਸਾ ਧਰਤੀ ਤੋਂ ਖਤਮ ਨਹੀਂ ਹੋ ਸਕਦਾ। ਤੇ ਸਾਧ ਸੰਗਤ ਜੀ, ਉਹ ਜਿਵੇਂ ਸਿੰਘ ਸ਼ਹੀਦੀਆਂ ਪਾ ਕੇ ਤੇ ਮਾਝੇ ਦੇ ਜਿਹੜੇ ਆਗੂਆਂ ਵੱਲੋਂ ਮੂੰਹ ਤੇ ਕਾਲਖ ਲਾਈ ਸੀ ਬਦਾਵਾ ਲਿਖਣ ਦੀ, ਉਸ ਕਾਲਖ ਨੂੰ ਧੋ ਕੇ ਮਾਝੇ ਦੀ ਸਿੱਖੀ ਜਿਹੜੀ ਰੱਖ ਲਈ ਸੀ, ਭਾਈ ਮਹਾਂ ਸਿੰਘ ਜੀ ਨੇ ਬੇਨਤੀ ਕਰਕੇ ਇਹ ਸਿੰਘਾਂ ਦੇ ਜੰਗ ਯੁੱਧ ਤੇ ਸ਼ਹੀਦੀਆਂ ਦੇ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣਹਾਰ ਹੈ। आए नेर पायो खिदराने। देखे बस्तर सो तंबू जाने। छुटन लगी दो दिश ते गोरी। परियो रोर बहु शलखन शोरी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਸ਼ਮਣ ਕਰਾ ਜਾ ਗੁਰੂ ਕਲਗੀਧਰ ਪਾਸ਼ਾ ਚਰਨਾਂ ਭਾਵੇਂ ਨਿਹਾਲ ਜਾਵੇ। ਸਤਿ ਸ੍ਰੀ ਅਕਾਲ।